ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਕੋਈ ਵੀ ਵੱਡਾ ਅੰਦੋਲਨ ਇੱਕ ਬਹੁਤ ਵੱਡਾ ਥੀਏਟਰ ਹੁੰਦਾ, ਹਜ਼ਾਰਾਂ ਲੋਕ, ਸੈਂਕੜੇ ਟਰੈਕਟਰ, ਦਿੱਲੀ ਦੀਆਂ ਬਰੂਹਾਂ ਤੇ ਲੰਗਰ। ਮਨੁੱਖ ਹਮੇਸ਼ਾ ਕੁਝ ਅਲੌਕਿਕ ਵੇਖਣ ਨੂੰ ਤਰਸਦਾ, ਕੋਈ ਟਰੱਕ ਉਲਟਿਆ ਹੋਵੇ ਤਾਂ ਰੁਕਦਾ। ਟੀਵੀ ਉੱਤੇ ਐਸੇ ਦ੍ਰਿਸ਼ ਦਿਨ ਰਾਤ ਚੱਲ ਰਹੇ ਨੇ, ਥਾਂ ਥਾਂ ਲੰਗਰ, ਕ੍ਰੀਏਟਿਵ ਨਾਰੇ, ਸੈਂਟਰ ਦੇ ਫੱਟੇ ਚੱਕਣ ਦੀ ਗੱਲ ਕਰਦੇ ਗਾਣੇ, ਟਰੈਕਟਰ ਮਾਰਚ, ਫਿਰ ਉਹ ਦੁੱਧ, ਖੀਰ, ਪੀਜ਼ਾ ਦੇ ਲੰਗਰ। ਘੋੜੇ ਤੇ ਚੜ੍ਹ ਕੇ ਜਾਂ ਸਾਈਕਲ ਤੇ ਪਹੁੰਚਿਆ ਕਿਸਾਨ, ਫਿਰ ਗੱਲਬਾਤ ਦੇ ਗੇੜਾਂ ਦਾ ਤਮਾਸ਼ਾ। 8 ਵਾਰੀ ਮੇਰੇ ਖਿਆਲ 8 ਵਾਰੀ ਹੁਣ ਤੱਕ ਗੱਲਬਾਤ ਕਰ ਚੁੱਕੇ ਹਨ। ਇਹ ਘੋਲ ਵੀ ਹੈ ਤੇ ਇੱਕ ਨਿਰੰਤਰ ਨਾਟਕ ਵੀ ਹੈ। 24 ਆਵਰਸ ਲਾਈਵ ਟੈਲੀਵਿਜ਼ਨ, 24 ਘੰਟੇ ਪ੍ਰਸਾਰਨ। ਟੀਵੀ ਉੱਤੇ ਬਹਿਸ ਦਾ ਇਸ ਲੋਕਾਂ ਦੇ ਰੰਗਮੰਚ ਨਾਲ ਇੱਕ ਕੰਪੀਟੀਸ਼ਨ ਵੀ ਹੈ। ਬਹਿਸ ਗਰਮਾ ਗਰਮ ਨਹੀਂ ਹੋਵੇਗੀ ਤਾਂ ਦਰਸ਼ਕ ਥੀਏਟਰ ਵੇਖਣ ਚਲਾ ਜਾਵੇਗਾ ਤੇ ਉਹ ਲੋਕਾਂ ਦਾ ਥੀਏਟਰ ਹੈ। ਪਰ ਇਸ ਸਭ ਦੇ ਵਿੱਚ ਇੱਕ ਗੰਭੀਰ ਪੱਖ ਅੰਕੜਿਆਂ ਦਾ ਹੈ। ਉਹ ਹਿਸਾਬੀ ਕਿਤਾਬੀ ਅੰਕੜੇ ਹਿੰਦਸੇ ਜਿਨ੍ਹਾਂ ਉੱਤੇ ਤੱਥ ਖੜੇ ਹੁੰਦੇ ਹਨ ਜਾਂ ਜਿਨ੍ਹਾਂ ਨਾਲ ਅਸਲੀ ਤੱਥਾਂ ਨੂੰ ਵਿਗਾੜ ਕੇ ਚਲਾਕੀ ਨਾਲ ਨਵੇਂ ਤੱਥ ਘੜੇ ਜਾਂਦੇ ਹਨ। ਡੋਨਾਲਡ ਟਰੰਪ ਜਿਨ੍ਹਾਂ ਦਿਨਾਂ 'ਚ ਠੁੱਡੇ ਮਾਰ ਕੇ ਟਵਿੱਟਰ ਵਗੈਰਾ ਤੋਂ ਨਹੀਂ ਸੀ ਕੱਢਿਆ ਗਿਆ, ਮੈਂ ਬੜੇ ਪਿਆਰ ਸ਼ਾਇਦ ਕਹਿ ਰਿਹਾ ਉਹਨਾਂ ਨਾਲ, ਇੱਜ਼ਤ ਦੇ ਸ਼ਬਦ ਵਰਤ ਕੇ, ਉਨੀ ਦਿਨ ਹੀ ਇਹਨਾਂ ਨੂੰ ਆਲਟਰਨੇਟਿਵ ਫੈਕਟਸ ਕਹਿੰਦੇ ਸੀ। ਕੁਝ ਅੰਕੜਾ ਆਧਾਰਿਤ ਤੱਥ ਪਿਛਲੇ ਕੁਝ ਹਫ਼ਤਿਆਂ 'ਚ ਲੋਕਾਂ ਸਾਹਮਣੇ ਆਏ ਹਨ, ਜਿਵੇਂ MSP ਦਾ ਫਾਇਦਾ ਕੁੱਲ ਕਿੰਨੇ ਕਿਸਾਨਾਂ ਨੂੰ ਮਿਲਦਾ। ਸਰਕਾਰ ਦਾ ਕਹਿਣਾ ਹੈ ਕਿ ਸਿਰਫ 6% ਕਿਸਾਨ ਇਹਦੀ ਜ਼ਦ ਵਿੱਚ ਆਉਂਦੇ ਨੇ, ਨਾਲੇ ਬਹੁਤੇ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਵਾਲੇ ਫਾਇਦਾ ਲੈ ਜਾਂਦੇ ਨੇ ਤੇ ਉਹੀ ਲੋਕ ਨੇ ਜਿਹੜੇ ਬਹੁਤੇ ਰੌਲਾ ਪਾ ਰਹੇ ਨੇ, ਇਹ ਕਿਸਾਨ ਕਹਿ ਰਹੇ ਨੇ, ਔਰ ਇਹ ਪਰਸੈਪਸ਼ਨ ਪੂਰੇ ਦੇਸ਼ 'ਚ ਬਕਾਇਦਾ ਦਿੱਤੀ ਜਾ ਰਹੀ ਹੈ। ਨਾਲੇ ਸਿਰਫ ਵੱਡੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦਾ ਫਾਇਦਾ ਹੁੰਦਾ ਹੈ, ਛੋਟਿਆਂ ਕੋਲ ਤਾਂ ਵੇਚਣ ਲਈ ਕੁਝ ਹੁੰਦਾ ਹੀ ਨਹੀਂ ਜੀ। ਦੇਖੋ, ਵੱਡੇ ਕਿਸਾਨ ਸਾਰੇ ਫਾਇਦੇ ਲੈ ਜਾਂਦੇ ਨੇ। ਇਹ ਵੀ ਅੰਕੜੇ ਸਾਹਮਣੇ ਆਏ ਨੇ ਕਿ ਜੇ ਕਿਸਾਨਾਂ ਦੀ ਮੰਗ ਮੰਨ ਕੇ ਸਰਕਾਰ ਉਹਨਾਂ ਸਾਰੀਆਂ ਫਸਲਾਂ ਨੂੰ MSP ਮੁੱਲ ਤੇ ਖਰੀਦੇ ਜਿਨ੍ਹਾਂ ਲਈ ਉਹ MSP ਅਨਾਉਂਸ ਕਰਦੀ ਹੈ, 23 ਫਸਲਾਂ ਨੇ, 23 ਫਸਲਾਂ ਨੇ, ਤਾਂ ਫਿਰ ਹਿੰਦੁਸਤਾਨ ਦਾ ਅੱਧਾ ਬਜਟ ਚਾਹੀਦਾ ਹੋਵੇਗਾ। ਸੋ ਕਿਸਾਨ ਜੱਗੋਂ 13ਵੀਂ ਗੱਲ ਕਰ ਰਹੇ ਨੇ, ਜੋ ਮੰਗ ਰਹੇ ਨੇ ਉਹ ਕੀਤਾ ਹੀ ਨਹੀਂ ਜਾ ਸਕਦਾ। ਸੋ ਬੜੇ ਸਪਸ਼ਟ ਜਿਹੇ ਸਵਾਲ ਨੇ, ਕਿੰਨੇ ਕਿਸਾਨਾਂ ਨੂੰ MSP ਦਾ ਫਾਇਦਾ ਮਿਲਦਾ? ਕੀ ਸਿਰਫ ਵੱਡੇ ਕਿਸਾਨਾਂ ਨੂੰ ਮਿਲਦਾ? ਕੀ ਸਿਰਫ ਪੰਜਾਬ, ਹਰਿਆਣਾ, ਪੱਛਮੀ ਯੂਪੀ ਵਾਲਿਆਂ ਨੂੰ ਮਿਲਦਾ? ਤੇ ਪੈਸੇ ਕਿੰਨੇ ਚਾਹੀਦੇ ਨੇ MSP ਨੂੰ ਚੰਗੇ ਤਰੀਕੇ ਨਾਲ ਲਾਗੂ ਕਰਨ ਲਈ? ਬਸ ਇੰਨੇ ਕੁ ਅੰਕੜੇ ਸਮਝਣੇ ਨੇ ਜਿਹੜੇ ਸੁੱਟੇ ਜਾ ਰਹੇ ਨੇ ਜਨਤਕ ਪਿੜ ਦੇ ਵਿੱਚ, ਤੇ ਜਿਹੜੀ ਰਿਐਲਿਟੀ ਹੈ। ਸਾਡੇ ਨਾਲ ਇਸ ਬਾਰੇ ਥੋੜ੍ਹਾ ਜਿਹਾ ਦਿਲ, ਦਿਮਾਗ, ਮਨ, ਮਸਤਕ ਸਾਡਾ ਸਾਫ਼ ਕਰਨ ਲਈ ਦਵਿੰਦਰ ਸ਼ਰਮਾ ਜੀ ਮੌਜੂਦ ਨੇ। ਹਿੰਦੁਸਤਾਨ ਦੇ ਵਿੱਚ ਖੇਤੀ ਨੀਤੀਆਂ ਦੇ, ਵਿਕਾਸ ਮਾਡਲਾਂ ਦੇ, ਅੰਕੜਿਆਂ ਨਾਲ ਬੋਲੇ ਜਾਂਦੇ ਸੱਚ ਤੇ ਸੱਚ ਨੂੰ ਫਿਰ ਅੰਕੜਿਆਂ ਨਾਲ ਕਰਦੇ ਝੂਠ ਵਾਲੇ ਖੇਡ ਨੂੰ ਬੜੀ ਚੰਗੀ ਤਰ੍ਹਾਂ ਨੇੜਿਓਂ ਪੜ੍ਹਦੇ ਨਜਿੱਠਦੇ ਨੇ। ਸਾਡੇ ਨਾਲ ਜੁੜ ਰਹੇ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਸਿੰਘ ਜੀ ਨੇ ਗ੍ਰਾਸ ਰੂਟਸ ਲੈਵਲ ਦੇ ਉੱਤੇ ਜਿਹੜੀ ਰਿਐਲਿਟੀ ਹੈ ਉੱਥੇ ਕਿਵੇਂ ਪਰਸੀਵ ਕੀਤੇ ਜਾਂਦੇ ਨੇ ਅੰਕੜੇ, ਉੱਪਰ ਇਹ ਅੰਕੜੇ ਸਰਕਾਰੀ ਕੋਰੀਡੋਰਸ ਦੇ ਵਿੱਚ ਤੇ ਉਹ ਜਿਸ ਤਰ੍ਹਾਂ ਕਿਸਮ ਦੀਆਂ 6ਵਾਂ ਗੇੜ, 7ਵਾਂ ਗੇੜ ਅਥਵਾ 8ਵਾਂ ਗੇੜ ਮੀਟਿੰਗਾਂ ਹੁੰਦੀਆਂ ਨੇ, ਉੱਥੇ ਇਹ ਅੰਕੜਿਆਂ ਦੀ ਖੇਡ ਕਿਵੇਂ ਖੇਡੀ ਜਾਂਦੀ ਹੈ, ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਦਵਿੰਦਰ ਸ਼ਰਮਾ ਜੀ, ਵਾਟ ਇਜ਼ ਦਾ ਟਰੂਥ? ਇਹ ਗੱਲ ਤਾਂ ਬੜੀ ਸਪਸ਼ਟ ਜੀ ਸਮਝ ਆਉਂਦੀ ਹੈ ਕਿ, ਔਰ ਮੈਂ ਤਾਂ ਇਹ ਵੀ ਸੋਚਦਾ ਕਿ ਜੇ ਸਰਕਾਰ ਪੂਰਾ ਝੂਠ ਵੀ ਬੋਲਦੀ ਹੋਵੇ ਤੇ ਜੇ 6% ਕਿਸਾਨਾਂ ਨੂੰ MSP ਦਾ ਫਾਇਦਾ ਹੁੰਦਾ ਤੇ ਹੋ ਸਕਦਾ 12% ਨੂੰ ਹੁੰਦਾ ਹੋਵੇ ਅਸਲ ਵਿੱਚ, ਤੇ ਜੇ 12% ਨਹੀਂ ਹੁੰਦਾ ਤੇ ਬਾਕੀ 88% ਬਾਹਰ ਰਹਿ ਜਾਂਦੇ ਨੇ, ਤੇ ਭਾਈ ਫਿਰ ਤਾਂ MSP ਮੰਗਣਾ ਕੋਈ ਚੰਗੀ ਗੱਲ ਨਹੀਂ ਹੈਗੀ। ਨਾਲੇ ਜੇ ਵੱਡੇ ਕਿਸਾਨਾਂ ਨੂੰ ਮਿਲਦਾ ਫਾਇਦਾ, ਫਿਰ ਅਸੀਂ ਇਹ ਕਿਉਂ ਡਿਮਾਂਡ ਕਰ ਰਹੇ ਹਾਂ? ਆਫਟਰ ਆਲ, ਜਦੋਂ ਸਰਕਾਰ ਵੱਲੋਂ ਬੋਲਣ ਵਾਲੇ ਲੋਕ, ਔਰ ਉਹਨਾਂ 'ਚ ਤੁਹਾਡੇ ਪੁਰਾਣੇ ਮਿੱਤਰ ਨੇ ਅਸ਼ੋਕ ਗੁਲਾਟੀ ਨੇ, ਜਿਹੜੇ ਉਸ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਜਿਹੜਾ ਸਾਰੀਆਂ ਫਸਲਾਂ ਦੀ MSP ਤੈਅ ਕਰਦਾ ਰਿਹਾ, ਤੇ ਉਹ ਅੱਜ ਕੱਲ੍ਹ ਵੀ ਉਹਨਾਂ ਦੀ ਨੁਮਾਇਆਂ ਆਵਾਜ਼ ਸੁਣੀ ਜਾਂਦੀ ਹੈ ਜਨਤਕ ਪਿੜ ਵਿੱਚ ਸਰਕਾਰ ਵੱਲੋਂ। ਸੁਰਜੀਤ ਭੱਲਾ ਵਰਗੇ ਲੋਕ, ਹੋਰ ਵੀ ਬਹੁਤ ਸਾਰੇ ਸੋ ਕਾਲਡ ਸਿਆਣੇ ਲੋਕ ਇਹ ਗੱਲ ਕਹਿ ਰਹੇ ਨੇ। ਉਹਨਾਂ ਦੀ ਮਨਸ਼ਾ ਕੁਛ ਵੀ ਹੋਵੇ, ਇੰਟੈਂਸ਼ਨ ਕੁਛ ਵੀ ਹੋਵੇ, ਉਹ ਸਰਕਾਰ ਪੱਖੀ ਹੋਣ, ਮੋਦੀ ਜੀ ਨਾਲ ਉਹਨਾਂ ਦਾ ਪਿਆਰ ਹੋਵੇ, ਅਮਿਤ ਸ਼ਾਹ ਉਹਨਾਂ ਨੂੰ ਚੰਗੇ ਲੱਗਦੇ ਹੋਣ, ਪਰ ਅੰਕੜਿਆਂ ਦਾ ਜਵਾਬ ਤੇ ਦੇਣਾ ਬਣਦਾ ਕਿ ਸਿਰਫ 6%, ਔਰ ਮੈਂ ਤੁਹਾਡੇ ਮੂੰਹ ਵੀ ਬੜੀ ਵਾਰੀ ਸੁਣਿਆ ਕਿ MSP ਦਾ ਫਾਇਦਾ ਸਿਰਫ 6% ਲੋਕਾਂ ਨੂੰ ਹੁੰਦਾ। then what is the real truth now? देखो, जब मैं पहली बार शांता कुमार कमेटी के सामने पेश होया सीगा और उथे मैं एक गल कही सीगी कि भी रफली 30-35% वीट और पैडी
ਦੇਸ਼ ਦਾ ਪ੍ਰੋਕਿਓਰ ਹੁੰਦਾ ਹੈ ਔਰ ਉਹਦੇ ਵਿੱਚ ਮੇਰਾ ਅਸੈਸਮੈਂਟ ਸੀਗਾ, ਲਾਊਡ ਅਸੈਸਮੈਂਟ ਸੀ ਕਿ ਕੋਈ ਤਕਰੀਬਨ 30-35% ਫਾਰਮਰਸ ਨੂੰ ਬੈਨੀਫਿਟ ਮਿਲਦਾ ਹੈਗਾ MSP ਦਾ। ਤਾਂ ਮੈਂ ਇੱਕ ਗੱਲ ਦੀ ਦਾਦ ਦੇਵਾਂਗਾ ਕਿ ਸ਼ਾਂਤਾ ਕੁਮਾਰ ਜੀ ਨੇ ਇੱਕ ਸਵਾਲ ਪੁੱਛਿਆ ਸੀਗਾ ਕਿ ਬਈ ਵਾਟ ਇਜ਼ ਦ ਬੇਸਿਸ ਫॉर ਦਿਸ ਕੈਲਕੂਲੇਸ਼ਨ। ਮੈਂ ਉਹਨਾਂ ਨੂੰ ਕਿਹਾ ਸੀ ਸਰ ਦਿਸ ਇਜ਼ ਦ ਬੇਸਿਸ ਕਿ ਬਈ ਲਾਊਡ ਐਸਟੀਮੇਟ ਹੈ। ਦੈਨ ਹੀ ਸੈਡ ਕਿ ਨਹੀਂ ਲੈਟ ਅਸ ਆਸਕ ਦੀ ਅਦਰ ਮੈਂਬਰਸ। ਤਾਂ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਕਿੰਨਾ ਇਹਦੇ ਵਿੱਚ 6% ਵਾਲੀ ਫਿਗਰ ਪਹਿਲੀ ਵਾਰ ਆਈ ਸ਼ਾਂਤਾ ਕੁਮਾਰ ਕਮੇਟੀ ਦੀ ਸ਼ਾਂਤਾ ਕੁਮਾਰ ਕਮੇਟੀ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਨੋ ਲੈਟ ਅਸ ਸਟੱਡੀ ਐਂਡ ਦੈਨ ਵਿਲ ਕਮ ਬੈਕ। ਤਾਂ ਉਹਦੇ ਬਾਅਦ 6% ਦੀ ਫਿਗਰ ਆਈ ਸੀਗੀ ਔਰ ਮੈਨੂੰ ਬੜਾ ਅੱਛਾ ਲੱਗਿਆ ਕਿ ਘੱਟ ਤੋਂ ਘੱਟ ਮੈਂ ਇੱਕ ਪੁਆਇੰਟ ਰੇਜ਼ ਕੀਤਾ ਸੀ ਜਿਹੜਾ ਅੱਜ ਦੇਸ਼ ਵਿੱਚ ਹਾਊ ਮਚ ਇਜ਼ ਇਟ ਐਕਚੁਅਲੀ 6% ਹੋਏ 10% ਹੋਏ ਛੱਡ ਦਿਓ, ਲੇਕਿਨ ਉਹਨਾਂ ਨੇ ਅਗਰ NSS ਨੂੰ ਲੈ ਕੇ ਡਾਟਾ ਨੂੰ ਲੈ ਕੇ ਉਹਨਾਂ 6% ਕਿਹਾ ਸੀਗਾ ਤਾਂ ਲੈਟ ਅਸ ਗੋ ਬਾਈ ਦੈਟ। 6 ਹੋਏ 10 ਹੋਏ ਡਜ਼ਨਟ ਮੈਟਰ। ਓਕੇ, ਜੋ ਅਸੀਂ ਇਸ਼ੂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਇੱਕ ਜਿਹੜੀ ਦੇਸ਼ ਵਿੱਚ ਇੱਕ ਧਾਰਨਾ ਚੱਲ ਪਈ ਹੈ ਕਿ 6% ਹੈ ਮਤਲਬ ਹੈ ਕਿ ਬਾਕੀਆਂ ਨੂੰ ਕੋਈ ਇੰਟਰਸਟ ਨਹੀਂ ਸੀਗਾ। ਇਹ ਇੱਕ ਬੜਾ ਮੈਸੇਜ ਆ ਰਿਹਾ ਕਿ 6% ਲੋਕੀ ਸਿਰਫ ਉਹਨਾਂ ਨੂੰ MSP ਮਿਲਦਾ ਹੈ, ਇਹ ਮਤਲਬ ਬਾਕੀ 94% ਨੂੰ ਕੋਈ ਇੰਟਰਸਟ ਨਹੀਂ ਸੀਗਾ। ਇਹ ਕਲੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਕਿ 6% ਨੂੰ ਇਸ ਕਰਕੇ ਮਿਲਦਾ ਹੈਗਾ ਕਿ 6% ਨੂੰ ਅਸੀਂ ਇੱਕ ਸਿਸਟਮ ਬਣਾਇਆ ਹੈਗਾ, ਇੱਕ ਸਟਰਕਚਰ ਬਣਾਇਆ ਹੈਗਾ ਜਿੱਥੇ ਉਹਨਾਂ ਨੂੰ ਡਿਲੀਵਰੀ ਹੁੰਦੀ ਹੈ MSP ਦੀ। ਬਾਕੀ ਦੇਸ਼ ਵਿੱਚ ਅਸੀਂ ਇੰਨੇ ਸਾਲਾਂ ਤੋਂ ਉਹ ਸਿਸਟਮ ਹੀ ਨਹੀਂ ਬਣਾਇਆ ਹੈਗਾ। ਔਰ ਇਹ ਬਹੁਤ ਜ਼ਰੂਰੀ ਇਸ ਕਰਕੇ ਕਿ ਕਈ ਲੋਕੀ ਬੋਲਦੇ ਕਿ ਪੰਜਾਬ ਹਰਿਆਣੇ ਦਾ ਹੀ ਲੋਕੀ ਕਿਉਂ ਪ੍ਰੋਟੈਸਟ ਕਰ ਰਹੇ ਜਾਂ ਵੈਸਟਰਨ UP ਦੇ ਰਾਜਸਥਾਨ ਦੇ ਬਾਕੀ ਦੇਸ਼ ਦੇ ਕਿਉਂ ਨਹੀਂ ਕਰ ਰਹੇ ਹੈਗੇ। ਦੋਨਾਂ ਦਾ ਲਿੰਕ ਹੈ। ਲਿੰਕ ਇਹ ਹੈ ਕਿ ਸ਼ਾਂਤਾ ਕੁਮਾਰ ਕਮੇਟੀ ਨੇ ਤਾਂ ਇਹ ਸਾਨੂੰ ਦੱਸਤਾ ਕਿ 6% ਲੋਕਾਂ ਨੂੰ ਸਿਰਫ MSP ਮਿਲਦਾ ਹੈ ਔਰ ਲੇਕਿਨ ਇੱਕ ਸ਼ਰਦ ਪਵਾਰ ਸਾਹਿਬ ਜਦ ਐਗਰੀਕਲਚਰ ਮਿਨਿਸਟਰ ਸੀਗੇ ਤਾਂ ਉਹਨਾਂ ਨੇ ਪਾਰਲੀਮੈਂਟ ਵਿੱਚ ਕਿਹਾ ਸੀਗਾ ਕਿ 71% ਫਾਰਮਰਸ ਨੂੰ ਹਿੰਦੁਸਤਾਨ 'ਚ ਪਤਾ ਹੀ ਨਹੀਂ ਹੈ ਕਿ MSP ਕੀ ਹੁੰਦਾ ਹੈ। ਦੇ ਡੋਂਟ ਇਵਨ ਅੰਡਰਸਟੈਂਡ ਦੀ ਕਨਸੈਪਟ ਆਫ MSP। ਇਹ ਮਤਲਬ ਹੈ ਕਿ ਜੋ ਸਾਨੂੰ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਇਹਨੇ ਦਸ਼ਕਾਂ ਤੋਂ ਕਿ ਉਹ 6% ਨਹੀਂ 100% ਤੱਕ ਹੋਣਾ ਚਾਹੀਦਾ ਸੀਗਾ, ਉਹ ਸਰਕਾਰਾਂ ਦੀ ਇੱਕ ਇਨਐਫੀਸ਼ੀਐਂਸੀ ਕਹਿ ਲਓ ਜਾਂ ਉਹਨਾਂ ਦਾ ਨਹੀਂ ਰੋਲ ਜਿਹੜਾ ਸੀਗਾ ਅਦਾ ਕਰਨਾ ਅੱਜ ਦੀ ਤਰੀਕ ਦੇ ਵਿੱਚ ਇਹ ਗੱਲ ਮੋਦੀ ਸਾਹਿਬ ਵੀ ਜੇ ਕਹਿ ਦੇਣ ਤਾਂ ਉਹਨਾਂ ਨੂੰ ਵੀ ਭੁਗਤੀ ਹੈ। ਮਤਲਬ ਉਹ ਇਹ ਗੱਲ ਕਹਿ ਰਹੇ ਨੇ ਕਿ ਠੀਕ ਹੈ ਜੇ MSP ਸਿਰਫ 6% ਨੇ ਤੇ ਫਿਰ ਇੰਨਾ ਰੌਲਾ ਕਿਸ ਗੱਲ ਇਹਦਾ ਮਤਲਬ ਇੰਨਾ ਰੌਲਾ ਉਹ ਲੋਕ ਪਾ ਰਹੇ ਨੇ ਜਿਹੜੇ 6% ਦਾ ਫਾਇਦਾ ਉਠਾ ਰਹੇ ਨੇ ਤੇ ਫਿਰ ਬਾਕੀ ਇਹਦੇ 'ਚ ਐਕਸਪਲੋਇਟ ਹੋ ਰਹੇ ਹੋਣਗੇ। ਜੀ ਵਾਟ ਇਜ਼ ਦਾ ਰਿਐਲਿਟੀ? ਕੀ 6% ਦੀ ਫਿਗਰ 6% ਹੈ? ਨਹੀਂ, ਇਹ ਕਹਿ ਵੀ ਰਹੇ ਨੇ ਕਿਸੇ ਨਾ ਕਿਸੇ ਆਰਗੂਮੈਂਟ 'ਚ ਜਦੋਂ ਫਾਰਮਰ ਨਾਲ ਡਾਇਰੈਕਟ ਹੁੰਦਾ, ਓਪਨਲੀ ਐ ਨਹੀਂ ਕਹਿ ਰਹੇ, ਪਰ ਬਾਕੀ ਫਾਰਮਰ ਜਿਹਨੂੰ ਤਾਂ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਇਹ ਤਾਂ ਉਹਨਾਂ ਨੂੰ ਹੀ ਮਿਲਦਾ ਇਕੱਲੇ ਪੰਜਾਬ ਹਰਿਆਣਾ 6%, ਬਾਕੀ ਨੂੰ ਤਾਂ ਮਿਲ ਹੀ ਨਹੀਂ ਰਿਹਾ, ਤੁਸੀਂ ਕਿਉਂ, ਤੁਹਾਡੇ ਲਈ ਤਾਂ ਅਸੀਂ ਹੋਰ ਜ਼ਿਆਦਾ ਸਗੋਂ ਮੌਕੇ ਖੋਲ ਰਹੇ ਹਾਂ। ਪਰ ਜਿਹੜਾ ਹੁਣ ਦਾ ਡਿਬੇਟ ਜਿਹੜੀ ਸਾਹਮਣੇ ਆਈ ਹੈ ਇਹ NSS ਦਾ 2012-13 ਦਾ ਡਾਟਾ ਹੈ ਜਿਹਦੇ ਤੋਂ ਸ਼ਾਂਤਾ ਕੁਮਾਰ ਕਮੇਟੀ ਨੇ ਵੀ ਜਿਹਦੇ ਤੋਂ 6% ਦੀ ਗੱਲ ਆਈ ਹੈ ਤੇ ਜਿਹਨੂੰ ਲਗਾਤਾਰ ਬੋਲਿਆ ਜਾ ਰਿਹਾ। ਵੈਸੇ ਤਾਂ ਜਿਹੜਾ ਡੀਸੈਂਟਰਲਾਈਜੇਸ਼ਨ ਪ੍ਰੋਕਿਉਰਮੈਂਟ ਪਾਲਿਸੀ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ 1997-98 ਦੇ ਵਿੱਚ ਹੀ ਡੀਸੈਂਟਰਲਾਈਜ਼ਡ ਕਰਤੀ ਸੀ, ਉਦੋਂ ਬਾਅਦ ਕਈ ਸਟੇਟਾਂ ਸਾਹਮਣੇ ਨਹੀਂ ਹੈ। ਮੈਂ ਥੋੜਾ ਜਿਹਾ ਸਪਸ਼ਟ ਕਰ ਦਿਆਂ, ਪਹਿਲਾਂ ਤਾਂ ਇੱਕ ਤਾਂ ਜਿਹੜਾ NSS ਦਾ ਡਾਟਾ ਅਸੀਂ ਕੱਲੇ ਘਰ ਦਾ ਇੱਕ ਡਾਟਾ ਇਕੱਠਾ ਕਰਦੇ ਆ ਪੂਰੇ ਦੇਸ਼ ਦਾ ਤਾਂ ਕਿ ਅਸੀਂ ਨੀਤੀਆਂ ਬਣਾ ਸਕੀਏ। ਆਖਰੀ ਡਾਟਾ ਸਾਡੇ ਕੋਲ 2012-13 ਦਾ ਹੈ, ਅਸੀਂ 2020 ਵਿੱਚ ਬੈਠੇ ਹਾਂ, 7 ਸਾਲ ਬੀਤ ਗਏ ਨੇ, 21 ਆ ਗਿਆ, 21 ਹੁਣ ਅਸੀਂ 21 'ਚ ਬੈਠੇ ਹਾਂ। 7 ਸਾਲਾਂ ਦੇ ਵਿੱਚ ਅਸੀਂ ਦੇयर इज अ ਡਾਟਾ ਗੈਪ। ਪਹਿਲੀ ਗੱਲ ਤਾਂ ਇਹੀ ਇੱਕ ਪ੍ਰੋਬਲਮ ਹੈ, ਇਹ ਤਾਂ ਇੱਕ ਡਾਟਾ ਗੈਪ ਹੈ ਨਾ, ਤੁਸੀਂ ਪਾਲਿਸੀ ਬਣਾਓਗੇ ਕਿਤੇ ਤੇ ਜੇ ਉਸੇ ਡਾਟਾ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਤਾਂ ਫਿਰ ਅੱਜ ਉਹ 6% ਹੈ ਕਿ ਨਹੀਂ ਸਾਨੂੰ ਨਹੀਂ ਪਤਾ ਹੈ। ਕਿਉਂਕਿ ਤੁਸੀਂ ਇਹ ਕਹਿ ਰਹੇ ਹੋ ਕਿ ਪਹਿਲਾਂ ਸਿਰਫ FCI ਵਗੈਰਾ ਪ੍ਰੋਕਿਉਰ ਕਰਦੇ ਸੀ, ਫਿਰ ਕੁਝ ਸਾਲ ਪਹਿਲਾਂ ਬਲਕਿ ਕਾਫੀ ਪਹਿਲਾਂ 90ਵਿਆਂ ਦੇ ਅੰਤ ਤੇ ਹੀ ਅਸੀਂ ਸ਼ੁਰੂ ਕਰ ਦਿੱਤਾ ਸੀ ਕਿ ਡੀਸੈਂਟਰਲਾਈਜ਼ ਕਰ ਦਿਓ ਪ੍ਰੋਕਿਉਰਮੈਂਟ, ਸਟੇਟਾਂ ਵੀ ਪ੍ਰੋਕਿਉਰ ਕਰ ਲਿਆ ਕਰਨ। ਡੀਸੈਂਟਰਲਾਈਜੇਸ਼ਨ ਦਾ ਮਤਲਬ ਇਹ ਸੀ ਕਿ ਸਟੇਟ ਗਵਰਨਮੈਂਟ ਆਪਣੇ ਪੱਧਰ ਤੇ ਪ੍ਰੋਕਿਉਰ ਕਰ ਲੈਣ ਤੇ ਫਿਰ ਬਾਅਦ ਵਿੱਚ ਸੈਂਟਰ ਨੂੰ ਪੈਸੇ ਦੇ ਦੇਗਾ, ਗਵਰਨਮੈਂਟ ਆਫ ਇੰਡੀਆ ਉਹਨਾਂ ਨੂੰ ਰੀਇੰਬਰਸ, ਬਾਅਦ ਵਿੱਚ ਸੈਂਟਰ ਉਹਨੇ ਪੈਸੇ ਦੇ ਦੇਗਾ। ਪਹਿਲਾਂ ਤਾਂ ਨਹੀਂ ਸਟੇਟਾਂ ਨੇ ਬਹੁਤ ਸਾਲ ਨਹੀਂ ਕੀਤਾ, ਉਸ ਪਾਸੇ ਕੀਤਾ। ਫਿਰ ਕਈ ਫਸਲਾਂ 'ਚ ਨੈਫੈਡ ਆਈ, ਉਹਨੇ ਵੀ ਕੀਤਾ, CCI ਵੀ ਆਈ, ਉਹਨੇ ਵੀ ਕੀਤਾ, ਕੋਈ ਸਰਕਾਰੀ ਪ੍ਰੋਕਿਉਰਮੈਂਟ ਉਸ ਲੈਵਲ ਤੇ ਵੀ ਹੋਈ, ਕੁਝ ਆਇਲ ਸੀਡਸ ਵਗੈਰਾ ਪਲਸਿਸ ਉਦਾਂ ਹੀ ਹੁੰਦੀਆਂ ਰਹੀਆਂ ਨੇ, ਚਾਹੇ ਉਹ 10% ਹੈ, ਬਹੁਤ ਛੋਟਾ ਪੋਰਸ਼ਨ ਸੀਗਾ ਵੱਖ-ਵੱਖ ਸਟੇਟਾਂ ਦੇ ਵਿੱਚ ਜਿੰਨਾ ਵੀ ਕਰਦੇ ਰਹੇ। ਤੇ ਇਹਦੇ ਨਾਲ ਦੀ ਨਾਲ ਜਿਹੜਾ ਬਾਕੀ ਈਵਨ ਪੈਡੀ ਤੇ ਝੋਨੇ ਤੇ ਕਣਕ ਦਾ ਵੀ ਹੈ, ਇਹ ਵੀ ਵਧਿਆ। ਐਤਕੀ ਦੇ ਜੇ ਤਜਰਬਾ ਲਾਈਏ, ਵੈਸੇ ਤਾਂ ਤੱਥ ਇਹ ਆਏ ਨੇ ਕਿ 23 ਸਟੇਟਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਥੋੜੀ ਬਹੁਤ ਪ੍ਰੋਕਿਉਰਮੈਂਟ ਕਰਨ ਲੱਗੇ ਨੇ ਤੇ ਜਿਹੜੀ ਝੋਨੇ ਦੀ ਤੇ 10 ਚ ਕਣਕ ਦੀ ਜਿਹੜੀ ਉਸ ਰੂਪ ਤੇ। ਔਰ ਅੱਜ ਕੱਲ ਤਾਂ ਇਹ ਡਾਟਾ ਹੈ, ਐਤਕੀ ਦਾ ਜਿਹੜਾ ਡਾਟਾ ਹੈ ਉਹ ਆ ਸੀਜ਼ਨ ਜਿਹੜਾ ਚੱਲਿਆ, ਮੱਧ ਪ੍ਰਦੇਸ਼ ਤੋਂ ਜ਼ਿਆਦਾ ਕਣਕ ਪੰਜਾਬ ਦੇ ਮੁਕਾਬਲੇ ਖਰੀਦੀ ਗਈ ਹੈ। ਔਰ ਈਵਨ ਝੋਨਾ ਜਿਹੜਾ ਛੱਤੀਸਗੜ੍ਹ ਦੇ ਵਿੱਚੋਂ ਵੀ ਤੇ ਉੜੀਸਾ ਦੇ ਵਿੱਚੋਂ ਵੀ ਖਰੀਦਿਆ ਗਿਆ ਵੱਡੇ ਪੱਧਰ ਤੇ, ਔਰ ਲਗਭਗ 10% ਈਚ ਆਉਣਾ ਦਾ 10% ਉੜੀਸਾ ਦਾ 10% ਛੱਤੀਸਗੜ੍ਹ ਦਾ ਨਹੀਂ 10% ਈਚ ਹੈ ਟੋਟਲ ਚੋਂ, ਟੋਟਲ ਦੇ ਵਿੱਚੋਂ। ਮਤਲਬ ਟੋਟਲ ਜਿੰਨਾ ਜੇ 100 ਫਾਰਮਰ ਖਰੀਦਦਾ ਤਾਂ 10 ਉਹਦੇ ਚੋਂ 10 ਉਹਦੇ ਚੋਂ 10 ਉਹਦੇ ਚੋਂ, ਉਹ ਸਾਰੀਆਂ ਚੀਜ਼ਾਂ ਖਰੀਦੀਆਂ ਉਸ ਲੈਵਲ ਤੇ। ਠੀਕ ਹੈ। ਔਰ ਇਸ ਕਰਕੇ ਇਹ ਹੈ ਕਿ ਘੱਟੋ ਘੱਟ 10 ਸਟੇਟਾਂ ਦੇ ਵਿੱਚੋਂ ਤਾਂ ਕਾਫੀ ਮਾਤਰਾ ਜਿਹੜੀ ਉਹਦੀ ਖਰੀਦੀ ਜਾ ਰਹੀ ਹੈ, ਜਿੱਥੇ ਜਿੱਥੇ ਸਟੇਟ ਗਵਰਨਮੈਂਟਾਂ ਨੇ ਐਕਟਿਵ ਰੋਲ ਪਲੇ ਕੀਤਾ, APMC ਮੰਡੀਆਂ ਨੂੰ ਸਰਕਾਰ ਕੀਤਾ ਤੇ ਬਾਕੀ ਦੀਆਂ ਚੀਜ਼ਾਂ। ਜਿਹੜਾ ਹਮੀਰ ਜੀ ਇਹਨਾਂ ਦੀ ਰਿਸਰਚ ਹੈ, ਰਿਤਿਕਾ ਖੇੜਾ ਦੀ, ਜਿਹੜੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਨੇ,
ਤੇ ਉਹ ਟੈਕਸਾਸ ਯੂਨੀਵਰਸਿਟੀ ਤੋਂ ਜਿਹੜੇ ਪ੍ਰਣਕੁਰ ਗੁਪਤਾ ਨੇ ਤੇ ਉਹਨਾਂ ਦੇ ਨਾਲ ਇਕਨੋਮਿਕਸ ਸੁਧਾ ਨਾਰਾਇਣ ਜੀ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਡਾਟੇ ਨੂੰ ਜੇ ਅਸੀਂ ਹੁਣ ਦੇਖੀਏ ਤਾਂ ਪਹਿਲੀ ਗੱਲ ਹੈ ਜਿਹੜੀ 6% ਦੀ ਫਿਗਰ ਵੀ ਹੈ ਇਹ ਦਰਅਸਲ 14 ਤੋਂ 16% ਦੇ ਵਿੱਚ ਹੈ। ਇਹ ਪੈਡੀ ਲਈ 14% ਤੱਕ ਪਹੁੰਚ ਚੁੱਕੀ ਹੈ, ਉਹਦੇ ਲਈ 16% ਤੱਕ ਪਹੁੰਚ ਚੁੱਕੀ ਹੈ। ਫਿਰ ਸੈਕੰਡ ਦੀ ਉਹਨਾਂ ਨੇ ਕਿਹਾ ਕਿ ਪਹਿਲਾਂ ਸਿਰਫ ਹਰਿਆਣਾ ਤੇ ਪੰਜਾਬ ਤੇ ਵੈਸਟਰਨ ਯੂਪੀ ਤੱਕ ਸੀ, ਪਰ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਬਾਕੀ ਸਟੇਟਸ ਵੀ ਇਹਦੇ ਵਿੱਚ ਆ ਗਈਆਂ ਨੇ ਡੀਸੈਂਟਰਲਾਈਜੇਸ਼ਨ ਕਰਕੇ। ਉਹਨਾਂ ਨੇ ਅਸਲ ਚ ਐਕਚੁਅਲੀ ਐਮਐਸਪੀ ਦੀ ਜੀਓਗ੍ਰਾਫੀ ਬਦਲ ਚੁੱਕੀ ਹੋਈ ਹੈ, ਜੀਓਗ੍ਰਾਫੀ ਬਦਲ ਚੁੱਕੀ ਹੈ ਤੇ ਉਹਦਾ ਤਰੀਕਾ ਲੋਕਾਂ ਨੇ ਸਟੇਟ ਗਵਰਨਮੈਂਟਾਂ ਨੇ ਇੰਟਰਵੈਂਸ਼ਨ ਉਹਦੇ ਚ ਕੀਤੀ ਹੈ, ਜਿਹੜੀਆਂ ਵੀ ਆਪੋ ਆਪਣੀਆਂ ਸਟੇਟ ਗਵਰਨਮੈਂਟਾਂ ਸੀ ਉਹਦੇ ਨਾਲ ਵੀ ਬਦਲਿਆ। ਔਰ ਗਵਰਨਮੈਂਟ ਆਫ ਇੰਡੀਆ ਦੀ ਅਪਰੋਚ ਵੀ ਇਹ ਰਹੀ ਹੈ ਕਿ ਇਧਰੋਂ ਹੁਣ ਇਹਨੂੰ ਥੋੜਾ ਬਹੁਤ ਮਤਲਬ ਡੀਸੈਂਟਰਲਾਈਜ਼ ਕੀਤਾ ਜਾਵੇ ਉਸ ਪੱਧਰ ਦੇ ਉੱਤੇ। ਉਹਨਾਂ ਦੇ ਇਹ ਡਾਟੇ ਨਾਲ ਜਿਹੜਾ ਉਹਨਾਂ ਨੇ ਪੇਸ਼ ਕੀਤਾ, ਬੜਾ ਵੱਡਾ ਆਰਟੀਕਲ ਲਿਖਿਆ ਹਿੰਦੂ ਦੇ ਵਿੱਚ, ਜਿਹਦੇ ਚ ਉਹਨਾਂ ਨੇ ਪੇਸ਼ ਕੀਤਾ ਕਿ ਆਹ ਗੱਲਾਂ ਨੇ। ਇੱਕ ਤਾਂ ਡਾਟਾ ਹੀ 2013 12-13 ਦਾ ਕਿਉਂ, ਜਿਨ੍ਹਾਂ ਦਰਸ਼ਕਾਂ ਨੂੰ ਇੰਟਰਸਟ ਹੋਵੇ, ਇਹ 30 ਦਸੰਬਰ ਦੇ ਦਾ ਹਿੰਦੂ ਦਾ ਆਰਟੀਕਲ ਹੈ। ਇਹਦੇ ਚ ਉਹਨਾਂ ਨੇ 19 ਦਸੰਬਰ ਦੇ ਦਾ ਹਿੰਦੂ ਦਾ ਸੌਰੀ, ਉਹਨਾਂ ਨੇ ਜਿਹੜਾ ਡਾਟਾ ਲਿਆ, ਉਹਨਾਂ ਨੇ ਡਾਟਾ ਲਿਆ ਐਫਸੀਆਈ ਦੀ ਟੋਟਲ ਪ੍ਰੋਕਿਉਰਮੈਂਟ ਕਿੰਨੀ ਹੈ, ਉਹ ਕਿੱਥੋਂ ਕਿੱਥੋਂ ਹੈ, ਉਹਦਾ ਤਾਂ ਡਾਟਾ ਅਵੇਲੇਬਲ ਹੈ ਨਾ। ਤੇ ਨੈਫੈਟ ਦੀ ਕਿੰਨੀ ਪ੍ਰੋਕਿਉਰਮੈਂਟ ਹੈ, ਉਹ ਕਿੱਥੋਂ ਕਿੱਥੋਂ ਹੈ, ਉਹਦਾ ਡਾਟਾ ਤਾਂ ਅਵੇਲੇਬਲ ਹੈ ਨਾ। ਉਹਨਾਂ ਟੋਟਲ ਡਾਟੇ ਨੂੰ ਇਹਦੇ ਚ ਸ਼ਾਮਲ ਕੀਤਾ। ਆਈ ਗੈਟ ਦੈਟ, ਪਰ ਜਿਹੜੀ ਗੱਲ ਦਵਿੰਦਰ ਸ਼ਰਮਾ ਜੀ ਕਰ ਰਹੇ ਸੀ ਉਹਦਾ ਇੱਕ ਆਪਣਾ ਮਹੱਤਵ ਵੀ ਹੈ ਕਿ ਆਫਟਰ ਆਲ ਜੇ ਉਹ ਕਹਿੰਦੇ ਨੇ ਤੁਸੀਂ 6% ਹੋਵੇ 10% ਹੋਵੇ, ਡਿਬੇਟ ਨੂੰ ਇਸ ਪਾਸੇ ਲੈ ਕੇ ਜਾਣਾ ਨਹੀਂ, ਉਹਦਾ ਬਹੁਤ ਮਹੱਤਵ ਹੈ। ਇਹਦਾ ਮਤਲਬ ਤੁਸੀਂ ਦੇਸ਼ ਦੇ ਇੰਨੇ ਫਾਰਮਰ ਨੂੰ ਜੇ ਤੁਸੀਂ 6% ਮੰਨ ਕੇ ਚੱਲਦੇ ਹੋ ਤਾਂ ਤੁਸੀਂ 94% ਨੂੰ ਕਿਉਂ ਵਾਂਝਾ ਰੱਖਿਆ ਉਸ ਹੱਕ ਤੋਂ ਵੀ? ਡਾਟੇ ਦੇ ਗੈਪ ਦੇ ਵਿੱਚ ਲੱਖਾਂ ਜ਼ਿੰਦਗੀਆਂ ਰੁਲ ਜਾਂਦੀਆਂ ਨੇ, ਪਰ ਇਹ ਗੱਲ ਤਾਂ ਠੀਕ ਹੈ ਦਵਿੰਦਰ ਸ਼ਰਮਾ ਜੀ ਕਿ ਜੇ ਮਾਰਕੀਟ ਇਸ ਤਰੀਕੇ ਨਾਲ ਇਨਫਰਾਸਟ੍ਰਕਚਰ ਬਣੀ ਹੋਵੇਗੀ ਪ੍ਰੋਕਿਉਰਮੈਂਟ ਦੀ ਤਾਂ ਫਿਰ ਉਹਦਾ ਫਾਇਦਾ ਵੱਡਾ ਕਿਸਾਨ ਲੈ ਸਕਦਾ ਹੈ। ਸਾਡਾ ਹੀ ਛੋਟਾ ਕਿਸਾਨ ਉਹਦਾ ਫਾਇਦਾ ਉਹਨਾਂ ਨਹੀਂ ਲੈ ਪੈਂਦਾ। ਅਜੇ ਕਿ ਪੰਜਾਬ ਦੇ ਵਿੱਚ ਤਾਂ 98% ਤੱਕ ਐਮਐਸਪੀ ਦੇ ਨਾਲ ਕਵਰ ਹੋ ਜਾਂਦਾ। ਦੂਸਰੀਆਂ ਸਟੇਟਸ ਦੇ ਵਿੱਚ ਜਿੱਥੇ ਇਨਫਰਾਸਟ੍ਰਕਚਰ ਨਹੀਂ ਹੈ, ਜਿੱਥੇ ਮੰਡੀ ਸਿਸਟਮ ਹੀ ਨਹੀਂ ਹੈ, ਏਪੀਐਮਸੀਜ਼ ਨਹੀਂ ਹੈਗੀਆਂ, ਫਾਰਮ ਗੇਟ ਦੇ ਉੱਤੇ ਹੀ ਸੌਦੇ ਹੋ ਜਾਂਦੇ ਨੇ, ਵੱਡਾ ਹੀ ਸ਼ਾਹੂਕਾਰ ਉੱਥੇ ਖਰੀਦ ਲੈਂਦਾ। ਕਿ ਜੇ ਉੱਥੇ ਐਮਐਸਪੀ ਸਾਰੇ ਪਾਸੇ ਦਿੱਤੀ ਜਾਵੇ, ਜਿਵੇਂ ਤੁਸੀਂ ਚਾਹੁੰਦੇ ਹੋ ਕਿ ਉੱਥੇ ਮੰਡੀਆਂ ਬਣਨ, ਉੱਥੇ ਫਾਰਮਰ ਵੇਚ ਸਕੇ, ਤਾਂ ਸਰਕਾਰ ਨੇ ਤਾਂ ਉਹਨਾਂ ਕੋ ਹੀ ਟੋਟਲ ਪ੍ਰੋਕਿਉਰ ਕਰਨਾ ਹੁੰਦਾ ਨਾ। ਸਰਕਾਰ ਨੇ ਤਾਂ ਪੀਡੀਐਸ ਲਈ ਪ੍ਰੋਕਿਉਰ ਕਰਨਾ। ਸਰਕਾਰ ਦਾ ਕੰਮ ਗ੍ਰੇਨ ਖਰੀਦਣਾ ਨਹੀਂ ਹੈਗਾ। ਕੋਈ ਲਾ ਦੇ ਥੱਲੇ, ਕਿਸੇ ਕਾਨੂੰਨ ਥੱਲੇ ਸਰਕਾਰ ਨੂੰ ਕੋਈ ਸੈਂਕਸ਼ਨ ਨਹੀਂ ਹੈ ਕਿ ਅਸੀਂ ਜਾਵਾਂਗੇ ਤੇ ਕਿਸਾਨਾਂ ਦੀਆਂ ਫਸਲਾਂ ਖਰੀਦਾਂਗੇ। ਸਰਕਾਰ ਦਾ ਸਿਰਫ ਭਾਅ ਬਣਾ ਕੇ ਰੱਖਣਾ ਕਿ ਉਹ ਐਮਐਸਪੀ ਤੋਂ ਥੱਲੇ ਨਾ ਗਿਰੇ। ਤਾਂ ਕੀ ਇਹ ਬਾਕੀ ਦੀਆਂ ਜਿਹੜੀਆਂ ਸਟੇਟਸ ਨੇ ਗ੍ਰੇਨ ਪ੍ਰੋਡਿਊਸਿੰਗ, ਉਹਦਾ ਲਈ ਕਿ ਇੱਕ ਬੜਾ ਐਕਸਪਲੋਇਟੇਟਿਵ ਸਟਰਕਚਰ ਨਹੀਂ ਖੜੀ ਹੋ ਜਾਂਦੀ ਕਿ ਉੱਥੇ ਮੰਡੀਆਂ ਨਹੀਂ, ਤੇ ਜੇ ਉੱਥੇ ਮੰਡੀਆਂ ਬਣ ਜਾਂਦੀਆਂ ਨੇ ਜਿਹੜੀ ਕਿ ਤੁਹਾਡੀ ਇੱਛਾ ਹੈ, ਤਾਂ ਫਿਰ ਸਰਕਾਰ ਸਾਰੇ ਪਾਸੋਂ ਐਮਐਸਪੀ ਤੇ ਪ੍ਰੋਕਿਉਰ ਕਰੇਗੀ, ਤਾਂ ਕਿ ਫਿਰ ਪੰਜਾਬ ਤੇ ਹਰਿਆਣਾ ਵੈਸਟਰਨ ਯੂਪੀ ਦੇ ਕਿਸਾਨਾਂ ਨੂੰ ਬਹੁਤ ਘਾਟਾ ਨਹੀਂ ਹੋਵੇਗਾ? ਦੇਖੋ, ਇਹ 3-4 ਸਵਾਲ ਜਿਹੜੇ ਤੁਹਾਡੇ ਹੈਗੇ ਇੱਕੋ ਕੁਐਸਚਨ ਵਿੱਚ ਪੈਕਡ ਹੈਗੇ। ਆਈ ਥਿੰਕ ਉਹਨਾਂ ਨੂੰ ਥੋੜਾ ਸਮਝਣਾ ਪਏਗਾ ਸਾਨੂੰ। ਜੋ ਅਸੀਂ ਪਹਿਲੀ ਗੱਲ ਬੋਲੀ, ਇਹਦੇ ਨਾਲ ਬੜਾ ਸਾਫ਼ ਹੋ ਜਾਂਦਾ ਕਿ ਜੇ 6% ਦੀ ਜਿਹੜੀ ਡਿਬੇਟ ਹੈ, ਚਾਹੇ 10% ਕਹਿ ਲਓ, 15 ਕਹਿ ਲਓ, ਇਟ ਡਜ਼ਨਟ ਮੈਟਰ। ਪ੍ਰੋਬਲਮ ਇਹ ਹੈ ਕਿ ਵੀ ਮੈਜੋਰਿਟੀ ਜਿਹੜੀ ਸਾਡੇ ਕਿਸਾਨਾਂ ਦੀ ਪਾਪੂਲੇਸ਼ਨ ਹੈ, ਉਹਨਾਂ ਨੂੰ ਐਮਐਸਪੀ ਤੋਂ ਵੰਚਿਤ ਰੱਖਿਆ ਗਿਆ। ਔਰ ਉਹ ਇਸ ਕਰਕੇ ਰੱਖਿਆ ਗਿਆ ਕਿਉਂਕਿ ਤੁਸੀਂ ਬਿਲਕੁਲ ਠੀਕ ਹੈ ਕਿ ਇਨਫਰਾਸਟ੍ਰਕਚਰ ਅਸੀਂ ਨਹੀਂ ਕ੍ਰੀਏਟ ਕੀਤਾ। ਪੰਜਾਬ ਨੂੰ ਨਹੀਂ ਅਪਲਾਈ ਕਰਦਾ ਨਾ ਅਸੀਂ, ਨਹੀਂ, ਮੈਂ ਦੇਸ਼ ਦੀ ਗੱਲ ਕਰ ਰਿਹਾ। ਉਹ ਐਮਐਸਪੀ ਅਸੀਂ ਜਿਹੜਾ ਪ੍ਰੈਵਲੈਂਟ ਹੋਣਾ ਚਾਹੀਦਾ ਸਿਸਟਮ ਸਾਰੇ ਦੇਸ਼ ਵਿੱਚ, ਉਹ ਅਸੀਂ ਨਹੀਂ ਕੀਤਾ, ਇਨਕਲੂਡਿੰਗ ਈਵਨ ਵੀਟ ਔਰ ਪੈਡੀ ਦੇ। ਇਹ ਨਹੀਂ ਕਿ ਵੀਟ ਔਰ ਪੈਡੀ ਸਿਰਫ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਵਿੱਚ ਜ਼ਿਆਦਾਤਰ ਅਧਿਕਤਰ ਪ੍ਰੋਕਿਉਰਮੈਂਟ ਹੁੰਦੀ ਹੈ, ਲੇਕਿਨ ਬਾਕੀ ਦੇਸ਼ ਵਿੱਚ ਜਿਹੜੀ ਪ੍ਰੋਕਿਉਰਮੈਂਟ ਹੁੰਦੀ ਹੈ ਵੀਟ ਔਰ ਪੈਡੀ, ਉੱਥੇ ਤਾਂ ਹੁੰਦੀ ਨਹੀਂ ਹੈ। ਉੱਥੇ ਮਾਰਕੀਟ ਪ੍ਰਾਈਸਿਸ ਕੀ ਮਿਲਦੇ, ਜਿਸ ਤਰ੍ਹਾਂ ਕਿ ਬਿਹਾਰ ਦਾ ਐਗਜ਼ਾਮਪਲ ਹੈ ਕਲਾਸੀਕਲ, ਕਿ ਇਸ ਸਾਲ ਬਿਹਾਰ ਦਾ 800 ਤੋਂ ਲੈ ਕੇ 1200 ਰੁਪਏ ਪਰ ਕੁਇੰਟਲ ਉਹਨਾਂ ਨੂੰ ਪੈਡੀ ਦਾ ਪ੍ਰਾਈਸ ਮਿਲਿਆ ਹੈ ਨਾ। ਔਰ ਪੰਜਾਬ ਵਿੱਚ 50 ਲੱਖ ਟਨ ਪੈਡੀ ਉੱਥੋਂ ਆਉਂਦਾ ਬਿਹਾਰ ਤੋਂ ਔਰ ਯੂਪੀ ਤੋਂ। ਕਿਉਂ ਇੱਥੇ 1888 ਰੁਪਏ ਪਰ ਕੁਇੰਟਲ ਦਾਮ ਮਿਲਦਾ ਹੈਗਾ, ਐਮਐਸਪੀ ਮਿਲਦਾ ਹੈ। ਜਿਹੜਾ ਦਰਸ਼ਕ ਪੰਜਾਬ 'ਚ ਬੈਠਾ ਤੁਹਾਡੀ ਗੱਲ ਸੁਣ ਰਿਹਾ ਹੈ, ਉਹ ਨਾਲ ਟਰਾਂਸਲੇਟ ਕਰ ਰਿਹਾ, ਉਹਨੂੰ ਇਦਾਂ ਲੱਗਦਾ ਵੀ ਦਵਿੰਦਰ ਸ਼ਰਮਾ ਜੀ ਇਹ ਵੀ ਨਾਲ ਕਹਿ ਰਹੇ ਨੇ ਕਿ ਜੇ ਸਾਰੇ ਪਾਸੇ ਐਮਐਸਪੀ ਮਿਲਣਾ ਸ਼ੁਰੂ ਹੋ ਜਾਏਗਾ ਤਾਂ ਫਿਰ ਸਰਕਾਰ ਸਾਰੇ ਪਾਸਿਓਂ ਪ੍ਰੋਕਿਉਰ ਕਰੇਗੀ। ਜਦੋਂ ਪ੍ਰੋਕਿਉਰ ਕਰੇਗੀ ਤਾਂ ਫਿਰ ਪੰਜਾਬ ਦੇ ਬਹੁਤ ਲੋਕ ਐਮਐਸਪੀ ਚੋਂ ਬਾਹਰ ਡਿੱਗ ਜਾਣਗੇ। ਮੇਰੀ ਗੱਲ ਸੁਣੋ, ਮੈਂ ਉਹੀ ਗੱਲ ਤੇ ਆ ਰਿਹਾ ਹੈਗਾ ਕਿ ਪਹਿਲੇ ਆਪਾਂ ਇੱਕ ਚੀਜ਼ ਨੂੰ ਸਮਝ ਲਈਏ। ਤੁਸੀਂ 3-4 ਸਵਾਲ ਤੁਹਾਡੇ ਹੈਗੇ ਇੱਕ ਪੈਕ ਵਿੱਚ। ਦੂਸਰੀ ਗੱਲ ਇਹ ਹੈਗਾ ਕਿ ਬਈ ਜੇ ਤੁਸੀਂ ਕਹਿੰਦੇ ਹੋ ਕਿ ਜਦ ਇਹ ਪੂਰਾ ਸਿਸਟਮ ਸਾਰੇ ਦੇਸ਼ ਵਿੱਚ ਹੋ ਜਾਏਗਾ ਤਾਂ ਸਰਕਾਰ ਦੇ ਉੱਪਰ ਤੁਸੀਂ ਕਿਹਾ ਹੈਗਾ ਕਿ ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਤੇ ਖਰੀਦਣਾ ਪਏਗਾ। ਇੱਕ ਗੱਲ ਤੁਸੀਂ ਇਹ ਵੀ ਕਹੀ ਹੈਗੀ, ਲੇਕਿਨ ਉਹ ਤੋਂ ਪਹਿਲੇ ਇੱਕ ਹੋਰ ਦੇਖ ਲਈਏ। ਜੇ ਸਪੋਜ਼ ਕਰੋ ਅੱਜ ਪੰਜਾਬ ਦੀ ਜਿਹੜੀ ਇਨਕਮ ਹੈਗੀ, ਐਵਰੇਜ ਇਨਕਮ ਹੈਗੀ 18,000 ਰੁਪਏ ਪਰ ਮੰਥ ਤੋਂ ਉੱਪਰ ਹੈ, ਔਰ ਬਿਹਾਰ ਦੀ ਇਸ ਤਕਰੀਬਨ 7,000 ਰੁਪਏ ਦੇ ਆਸ-ਪਾਸ ਹੈਗੀ ਹੈ। ਉਹ ਗੈਪ, ਉਹਦੇ ਵਿੱਚ ਬਹੁਤ ਬੜਾ ਰੋਲ ਐਮਐਸਪੀ ਦਾ ਹੈਗਾ, ਇਹ ਮੰਨਦੇ ਹਾਂ ਅਸੀਂ। ਕਿਉਂ ਨਹੀਂ ਜਿਹੜਾ ਪੰਜਾਬ ਨੂੰ ਬੈਨੀਫਿਟ ਮਿਲਦਾ ਰਿਹਾ ਇੰਨੇ ਸਾਲ ਤੋਂ, ਉਹ ਕਿਉਂ ਨਹੀਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਿਲਣਾ ਚਾਹੀਦਾ? ਇਸ ਕਰਕੇ ਐਮਐਸਪੀ ਜਿਹੜੀ ਡਿਮਾਂਡ ਕਰ ਰਹੇ ਕਿਸਾਨ ਬਿਲਕੁਲ ਠੀਕ ਮੰਗ ਰਹੇ ਹੈ ਕਿ ਇੱਕ ਲੀਗਲ ਅਧਿਕਾਰ ਬਣਾਤਾ ਜਾਏ ਕਿ ਉਹ ਤੋਂ ਥੱਲੇ ਟ੍ਰੇਡਿੰਗ ਨਹੀਂ ਹੋਏਗੀ। ਇਸ ਕਰਕੇ ਇੰਪੋਰਟੈਂਟ ਹੈ ਕਿ ਵੀ ਜੇ ਅਸੀਂ ਸਬਕਾ ਸਾਥ ਸਬਕਾ ਵਿਕਾਸ ਵੀ ਦੇਖਣਾ ਚਾਹੁੰਦੇ ਹਾਂ, ਜੋ ਸਾਡੇ ਪ੍ਰਾਈਮ ਮਿਨਿਸਟਰ ਦੀ ਵਿਜ਼ਨ ਹੈਗੀ ਹੈ, ਉਹ ਤਾਂ ਹੀ ਪੋਸੀਬਲ ਹੋ ਪਾਏਗੀ, ਡਿਲੀਵਰ ਹੋ ਪਾਏਗੀ ਜੇ ਆਪਾਂ ਇਹ ਕਰੀਏ ਕਿ ਵੀ ਹਰੇਕ ਕਿਸਾਨ ਨੂੰ ਉਹਦਾ ਉਚਿਤ ਦਾਮ ਮਿਲੇਗਾ, ਜਿਹੜਾ ਉਹਦਾ ਪ੍ਰਾਈਸ ਡਿਜ਼ਰਵ ਕਰਦਾ ਹੈ ਉਹ ਮਿਲੇਗਾ। ਐਂਡ ਦੈਟ ਇਜ਼ ਅ ਰੀਅਲ ਫਰੀडम ਫॉर ਫਾਰਮਰਸ। ਤੀਸਰੀ ਗੱਲ ਜੋ ਤੁਸੀਂ ਪੁੱਛੀ ਹੈ, ਰੁਕ ਰਿਹਾ, ਟੈਲੀਵਿਜ਼ਨ ਦੀ ਇੱਕ ਪ੍ਰੋਬਲਮ ਹੁੰਦੀ, ਇੱਕ ਤਾਂ ਬੰਦਾ ਬਹੁਤ ਗੰਭੀਰ ਗੱਲ ਕਰ ਰਿਹਾ ਹੋਵੇ ਤੇ ਅਸੀਂ ਵਿੱਚ ਫਸੇ ਹੋਈਏ ਤੇ ਇੱਕ ਵਿਚਕਾਰੋਂ ਬ੍ਰੇਕ ਦਾ ਸਮਾਂ ਆ ਜਾਂਦਾ। ਪਰ
ਹੋਲਡ ਯੋਰ ਥਾਟ, ਕਿਉਂਕਿ ਮੈਂ ਚਾਹਨਾ ਕਿ ਅਸੀਂ ਇਹ ਟੈਲੀਵਿਜ਼ਨ ਦੀ ਮਜਬੂਰੀ ਟੱਪ ਜਾਈਏ, ਬ੍ਰੇਕ ਤੋਂ ਬਾਅਦ ਵਾਪਸ ਆ ਜਾਈਏ, ਐਂਡ ਆਈ ਵਾਂਟ ਯੂ ਟੂ ਕੀਪ ਸੇਇੰਗ ਐਗਜ਼ੈਕਟਲੀ, ਕੀਪ ਮੇਕਿੰਗ ਦਾ ਸੇਮ ਪੁਆਇੰਟ, ਤਾਂ ਕਿ ਅਸੀਂ ਇਸ ਨਜ਼ਰੀਏ ਨੂੰ ਆਪਣੇ ਕਲੇਵੇ ਵਿੱਚ ਲੈ ਸਕੀਏ। ਮੁਸ਼ਕਿਲ ਮੇਰੀ ਅਜੇ ਉੱਥੇ ਹੀ ਖੜੀ ਹੈ ਤੇ ਸਵਾਲ ਉੱਥੇ ਹੀ ਖੜਾ ਹੈ, ਤੰਗ ਮੈਨੂੰ ਉੱਦਾਂ ਹੀ ਕਰ ਰਿਹਾ ਕਿ ਸਾਰਿਆਂ ਦਾ ਜਦੋਂ ਭਲਾ ਹੋਵੇਗਾ, ਸਰਕਾਰ ਸਾਰਿਆਂ ਤੋਂ ਲਵੇਗੀ, ਤਾਂ ਕਿ ਪੰਜਾਬ ਦਾ, ਹਰਿਆਣੇ ਦਾ, ਵੈਸਟਰਨ ਯੂਪੀ ਦਾ ਘਾਟਾ ਨਹੀਂ ਹੋਵੇਗਾ। ਕੁਝ ਇੱਕ ਖਦਸ਼ੇ ਲੱਗ ਰਹੇ ਨੇ। ਹਮੀਰ ਜੀ ਦਾ ਵੀ ਸਿਰ ਜਿਹੜਾ ਨਹੀਂ ਦਿਸ ਰਿਹਾ, ਹੋ ਸਕਦਾ ਦਰਸ਼ਕਾਂ ਨੂੰ ਨਾਮ ਵਿੱਚ ਹਿਲ ਰਿਹਾ, ਬਟ ਵੀ ਵਿਲ ਕਮ ਬੈਕ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਦਵਿੰਦਰ ਸ਼ਰਮਾ ਜੀ ਸਮਝਾ ਰਹੇ ਸਨ ਕਿ ਜੇ MSP ਸਿਰਫ ਪੰਜਾਬ, ਹਰਿਆਣਾ, ਵੈਸਟਰਨ ਯੂਪੀ ਦੇ ਲੋਕਾਂ ਨੇ ਇਹਦਾ ਜ਼ਿਆਦਾ ਫਾਇਦਾ ਉਠਾਇਆ, ਇੱਥੇ ਮੰਡੀਕਰਨ ਸਿਸਟਮ ਜ਼ਿਆਦਾ ਹੈ, ਚੰਗੀ ਗੱਲ ਹੈ, ਲੋਕਾਂ ਨੂੰ ਇਹਦਾ ਫਾਇਦਾ ਹੋਇਆ, ਸਾਡੇ ਕਿਸਾਨਾਂ ਨੂੰ ਫਾਇਦਾ ਹੋਇਆ, ਪਰ ਐਵਰੇਜ ਜਿਹੜਾ ਬਿਹਾਰ ਦਾ ਕਿਸਾਨ ਹੈ, ਉਹਦੀ ਐਗਜ਼ਾਮਪਲ ਦੇ ਰਹੇ ਸਨ, ਉਹ ਤਾਂ ਇਸ ਸਭ ਦੇ ਵਿੱਚ ਮਾਰਿਆ ਹੀ ਗਿਆ ਜਿੱਥੇ ਰੇਟ ਨਹੀਂ ਮਿਲਦਾ। ਇੱਛਾ ਤਾਂ ਇਹ ਹੈ ਕਿ ਸਾਰੇ ਕਿਸਾਨਾਂ ਨੂੰ ਮਿਲੇ। ਅਸੀਂ ਅਕਸਰ ਜਦੋਂ ਜ਼ਿੰਦਗੀ ਦੀ ਕਲਪਨਾ ਕਰਦੇ ਹਾਂ ਕਿ ਯੂਟੋਪੀਅਨ ਕਲਪਨਾ ਕਰਦੇ ਹਾਂ, ਰੱਬ ਸਭਨਾਂ ਦਾ ਭਲਾ ਕਰੇ, ਪਰਮਾਤਮਾ ਸਭ ਦੇ ਉੱਤੇ ਸਭ ਦੀ ਤਰੱਕੀ ਬਖਸ਼ੇ, ਇੰਨੀ ਕੋਈ ਇੱਛਾ ਰਹਿੰਦੀ ਹੈ ਕਿ ਸਾਨੂੰ ਥੋੜੀ ਗੁਆਂਢੀ ਨਾਲੋਂ ਜ਼ਿਆਦਾ ਬਖਸ਼ੇ, ਔਰ ਇਹ ਇੱਕ ਹਿਊਮਨ ਨੇਚਰ ਹੈ। ਜੇ ਸਾਰੇ ਪਾਸਿਓਂ ਪ੍ਰੋਕਿਊਰ ਕਰੇਗੀ ਤੇ ਸਰਕਾਰ ਨੇ ਕੇਵਲ ਓਨਾ ਹੀ ਪ੍ਰੋਕਿਊਰ ਕਰਨਾ ਹੁੰਦਾ ਹੈ ਤਾਂ ਘਾਟਾ ਰਹੇਗਾ। ਤੁਸੀਂ ਇਹ ਕਹਿ ਰਹੇ ਹੋ ਕਿ ਸਰਕਾਰ ਨਿਸ਼ਚਿਤ ਸੁਨਿਸ਼ਚਿਤ ਕਰੇ ਕਿ ਕੋਈ ਵੀ ਉਸ ਤੋਂ ਘੱਟ ਪ੍ਰੋਕਿਊਰ ਨਾ ਕਰ ਸਕੇ, ਵਿਚ ਮੀਨਸ ਪ੍ਰਾਈਵੇਟ ਸੈਕਟਰ ਦੇ ਉੱਤੇ ਸਰਕਾਰ ਇਹ ਕੁੰਡਾ ਰੱਖੇ, ਤਾਂ ਇਹਦਾ ਮਤਲਬ ਹੈ ਪਿਊਨਿਟਿਵ ਮੈਜਰਸ ਲਿਆਵੇ। ਜਿੰਨੀਆਂ ਕੋ MSP ਸਰਕਾਰ ਅਨਾਉਂਸ ਕਰਦੀ ਹੈ 23 ਫਸਲਾਂ ਦੀਆਂ, ਇਹਦੇ ਲਈ ਸਰਕਾਰ ਨਹੀਂ ਕਰ ਸਕੀ। APMC ਦੇ ਵਿੱਚ ਜਿਹੜਾ ਜ਼ਿਆਦਾ ਵਪਾਰ ਹੁੰਦਾ ਉਹ ਸਿਰਫ MSP ਦੇ ਅੰਡਰ ਨਹੀਂ, ਆਊਟਸਾਈਡ ਦਾ MSP ਹੁੰਦਾ। MSP ਵਾਲਾ ਤਾਂ ਬੜਾ ਲਿਮਟਿਡ ਜਿਹਾ 1/4 ਹੀ ਹੈਗਾ ਵਪਾਰ। ਤੁਸੀਂ ਪ੍ਰਾਈਵੇਟ ਸੈਕਟਰ ਨੂੰ ਲਿਬਰਲਾਈਜੇਸ਼ਨ ਵਾਲੇ ਮਾਹੌਲ ਦੇ ਵਿੱਚ, ਇੱਕ ਕੈਪੀਟਲਿਸਟ ਸਟਰਕਚਰ ਦੇ ਵਿੱਚ ਡੰਡੇ ਨਾਲ ਸੋਸ਼ਲਿਸਟਿਕ ਸਿਸਟਮ ਦੇ ਰਾਹੀਂ ਇੱਕ ਤੈਅਸ਼ੁਦਾ ਪ੍ਰਾਈਸ ਦੇ ਉੱਤੇ ਚੀਜ਼ਾਂ ਖਰੀਦਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਇਜ਼ ਦੈਟ ਰੀਅਲ? ਤੇ ਅਸੀਂ ਕਹਿੰਦੇ ਹਾਂ ਵੀ ਸਰਕਾਰ ਚਾਹੇ ਤਾਂ ਡੰਡੇ ਨਾਲ ਸਭ ਕੁਝ ਕਰ ਸਕਦੀ ਹੈ। ਵਿਲ ਪ੍ਰਾਈਵੇਟ ਸੈਕਟਰ ਡੂ ਇਟ? ਵਿਲ ਦੇ ਨਾਟ ਰਨ ਅਵੇ? ਤੇ ਫਿਰ ਉਹ ਆਪਣਾ ਮੁਹਾਵਰਾ ਲੈਂਦੇ ਨੇ ਕਿ ਦੇਖੋ ਜੀ ਫਿਰ FDI ਨਹੀਂ ਆਏਗੀ, ਫਿਰ ਫਲਾਣ ਨਹੀਂ ਹੋਊਗਾ। ਦੇਖੋ ਜੀ, ਜਦ ਜਿਸ ਟਾਈਮ ਮਿਨੀਮਮ ਵੇਜਸ ਦੀ ਗੱਲ ਹੋਈ ਸੀਗੀ, ਕਈ ਦਸ਼ਕ ਹੋ ਗਏ ਹੁਣ, ਉਸ ਟਾਈਮ ਵੀ ਇਹੀ ਡਿਬੇਟ ਚੱਲੀ ਸੀਗੀ ਕਿ ਬਈ ਇਸ ਪ੍ਰਾਈਵੇਟਾਈਜੇਸ਼ਨ ਦੇ ਜ਼ਮਾਨੇ ਵਿੱਚ, ਇਸ ਮਾਰਕੀਟ ਰਿਲੇਟਡ ਜਿਹੜਾ ਇਕਨੋਮੀ ਹੈਗੀ ਉਹਦੇ ਜ਼ਮਾਨੇ ਵਿੱਚ ਤੁਸੀਂ ਕਿਸ ਤਰ੍ਹਾਂ ਇਹ ਕਰ ਸਕਦੇ ਹੋ ਕਿ ਮਿਨੀਮਮ ਵੇਜਸ ਹੋਣ, ਇੰਨੀ ਦਿਓ। ਔਰ ਇਹ ਕਈ ਸਾਲ ਡਿਬੇਟ ਚੱਲੀ, ਔਰ ਅੰਤ ਵਿੱਚ ਇਹ ਹੋਇਆ ਕਿ ਕਾਰਪੋਰੇਟਸ ਨੂੰ ਆਪਣਾ ਜਿਹੜਾ ਬਿਜ਼ਨਸ ਮਾਡਲ ਹੈ ਉਹ ਰੀਡਿਜ਼ਾਈਨ ਕਰਨਾ ਪਿਆ, ਔਰ ਅੱਜ ਮਿਨੀਮਮ ਵੇਜ ਆਲ ਓਵਰ ਦੀ ਵਰਲਡ ਅਸੀਂ ਜਾਣਦੇ ਹੈਗੇ ਕਿ ਮਿਲਦੀ ਹੈ ਜੋ ਵਰਕਰਸ ਨੂੰ। ਔਰ ਇਹ ਜਿਹੜੇ ਸਵਾਲ ਹੁਣ ਪੁੱਛੇ ਜਾ ਰਹੇ ਹੈਗੇ ਐਗਰੀਕਲਚਰ ਬਾਰੇ, ਉਸ ਟਾਈਮ ਵੀ ਇਹ ਵਰਕਰਸ ਬਾਰੇ ਪੁੱਛੇ ਗਏ ਸੀਗੇ। ਮੇਰਾ ਇਹ ਕਹਿਣਾ ਹੈ ਕਿ ਬਈ ਕਿਸਾਨ ਵਾਸਤੇ ਅਸੀਂ ਕਿਉਂ ਨਹੀਂ ਇੱਕ ਸਿਸਟਮ ਬਣਾ ਸਕਦੇ ਹਾਂ ਕਿ ਉਹਨੂੰ ਮਿਨੀਮਮ ਜਿਹੜਾ ਉਹਦਾ ਪ੍ਰਾਈਸ ਹੈ ਉਹ ਮਿਲੇ, ਔਰ ਇਹਦੇ ਵਿੱਚ ਕੋਈ ਹੋਰ ਦਿੱਕਤ ਨਹੀਂ ਹੈ। ਇਹ ਹੋ ਸਕਦਾ ਕੀ ਸਿਸਟਮ ਹੋਗਾ ਕਿ ਜੇ ਮੈਂ ਮਿਨੀਮਮ ਤੋਂ ਘੱਟ ਖਰੀਦਦਾ ਉੱਥੇ ਤਾਂ ਮੈਨੂੰ ਜੇਲ੍ਹ ਹੋਏਗੀ? ਇਹਦੇ ਚ ਦੋ ਗੱਲਾਂ ਤਾਂ ਬਹੁਤ ਮੈਨੂੰ ਲੱਗਦਾ ਕਲੀਅਰ ਕਰਨ ਵਾਲੀਆਂ ਨੇ। ਇੱਕ ਜਿਹੜਾ ਪੁਰਾਣੀ ਪਾਲਿਸੀ ਵੀ ਚੱਲ ਰਹੀ ਹੈ, ਜੇ ਪੰਜਾਬ ਹਰਿਆਣੇ ਤੋਂ ਵੀ ਖਰੀਦੀ ਹੈ, ਉਹਦੇ ਪਿੱਛੇ ਵੀ ਖੇਤੀ ਤੇ ਕਿਸਾਨੀ ਉਸ ਵੈਲਫੇਅਰ ਪਾਲਿਸੀ ਦਾ ਹਿੱਸਾ ਨਹੀਂ ਹੈ ਕੋਈ। ਨਾ ਉਹਦੇ ਚ ਇੱਕ ਨੀਡ ਸੀ ਉਸ ਸਮੇਂ ਦੀ ਸਰਕਾਰ ਦੀ, ਉਸ ਨੀਡ ਚੋਂ ਜਿੱਥੇ ਕਿਤੇ ਇਹ ਪੈਦਾ ਹੋ ਸਕਦਾ ਸੀ ਉਹਨੂੰ ਖਰੀਦ ਦੀ ਗਾਰੰਟੀ ਦੇਤੀ ਜੀ, ਤੇ ਉਸ ਤੋਂ ਬਾਅਦ ਇਸੇ ਲਈ ਹੁਣ ਛੱਡਿਆ ਜਾ ਰਿਹਾ। ਉਸ ਤੋਂ ਬਾਅਦ ਰਸਤਾ ਸਾਡੇ ਕੋਲ ਹੈ ਕਿ FSA ਲਈ ਅਸੀਂ ਫੂਡ ਸਿਕਿਉਰਿਟੀ ਐਕਟ ਲਈ ਅਸੀਂ ਲੈਣਾ ਹੁੰਦਾ, ਇਸੇ ਲਈ ਉਹ ਲੈਣਾ, ਕਿਉਂਕਿ ਉਹ ਉਹਦੇ ਚੋਂ ਆਈ ਸੀ, ਉਸ ਨੀਅਤ ਚੋਂ ਨਹੀਂ ਆਈ ਕਿ ਫਾਰਮਰ ਨੂੰ ਇਕੱਲੇ ਨੂੰ ਇਹਨੂੰ ਫਾਇਦਾ ਦੇਣਾ, ਉਹਨੂੰ ਨਹੀਂ ਦੇਣਾ। ਪਰ ਦੂਜੀ ਗੱਲ ਇਹ ਹੈ ਕਿ ਜਦੋਂ ਹੁਣ ਆ ਕੇ ਇੱਥੇ ਖੜੇ ਹੋ ਗਏ, ਜੇ ਓਵਰਆਲ ਸਾਰੇ ਫਾਰਮਰ ਨੂੰ ਮਿਲਦੀ ਹੈ ਤਾਂ ਪੰਜਾਬ ਦਾ ਇੱਕ ਕ੍ਰਾਈਸਿਸ ਖੜਾ ਸਭ ਦੇ ਸਾਹਮਣੇ। ਪੰਜਾਬ ਦੇ ਸਾਹਮਣੇ ਇਹ ਕ੍ਰਾਈਸਿਸ ਹੈ ਕਿ ਇਹਦਾ ਪਾਣੀ ਚਲਾ ਗਿਆ। ਇਹ ਪੈਡੀ ਤੋਂ ਬਦਲਣਾ ਚਾਹੁੰਦਾ, 1985 ਤੋਂ ਜੌਲ ਕਮੇਟੀ ਦੀ ਰਿਪੋਰਟ ਤੋਂ ਲੈ ਕੇ ਇਹ ਡਿਵਰਸੀਫਾਈ ਕਰਨਾ ਚਾਹੁੰਦਾ। ਜੇ 23 ਦੀਆਂ 23 ਫਸਲਾਂ ਦੀ ਲੀਗਲ ਗਰੰਟੀ ਹੁੰਦੀ ਹੈ ਤਾਂ ਪੰਜਾਬ ਡਿਵਰਸੀਫਾਈ ਹੋ ਜਾਏਗਾ ਬੜੀ ਜਲਦੀ, ਔਰ ਫਾਰਮਰ ਚਾਹੁੰਦਾ ਉਹਦੀ ਸਪੋਰਟ ਦੇ ਵਿੱਚ ਇਸ ਰੂਪ ਦੇ ਵਿੱਚ ਉਵੇਂ ਨਹੀਂ ਘਾਟਾ ਬਣਦਾ। ਪਰ ਸਵਾਲ ਕੇਵਲ ਇੱਕ ਹੈ ਕਿ ਜਦੋਂ ਇਹਨੂੰ ਐਂ ਦੇਖਿਆ ਜਾਂਦਾ ਹੈ, ਸਵਾਲ ਇਹ ਹੈ ਕਿ ਕੀ ਡਿਵੈਲਪਮੈਂਟ ਦੇ ਮਾਡਲ ਦੇ ਵਿੱਚ ਖੇਤੀ ਕਿਤੇ ਆਉਂਦੀ ਹੈ? ਇੱਕ ਤਾਂ ਵੱਡਾ ਸਵਾਲ ਇਹ ਹੈ ਪੂਰੀ ਦੁਨੀਆ ਦੇ ਵਿੱਚ ਵੀ ਤੇ ਸਾਡੇ ਦੇਸ਼ ਦੇ ਵਿੱਚ ਵੀ, ਕੀ ਉਹਦਾ ਪ੍ਰਾਇੋਰਟੀ ਉਹ ਤਰਜੀਹੀ ਖੇਤਰ ਨਹੀਂ ਬਣਦਾ ਜਦੋਂ ਉਹਦੇ ਤੇ ਇੰਨੇ ਵੱਡੀ ਗਿਣਤੀ 'ਚ ਲੋਕ ਨਿਰਭਰ ਨੇ? ਇਹ ਵੱਡਾ ਸਵਾਲ ਹੈ। ਇਹਦੇ ਨਾਲ ਜੋੜ ਕੇ ਫਿਰ ਖੇਤਰੀ ਆਪਣੀਆਂ ਲੋੜਾਂ ਹੈਗੀਆਂ ਨੇ, ਪੰਜਾਬ ਦੀਆਂ ਸਪੈਸੀਫਿਕ ਆਪਣੀਆਂ ਲੋੜਾਂ ਨੇ, ਦੂਜੇ ਸੂਬੇ ਦੀਆਂ, ਤੀਜੇ ਦੀਆਂ, ਫਿਰ ਉਹਨਾਂ ਲੋੜਾਂ ਮੁਤਾਬਕ ਉਹ ਫਸਲਾਂ ਬੀਜ ਲੇਗਾ ਤਾਂ ਉਹ ਫਸਲਾਂ ਉੱਥੋਂ ਖਰੀਦੀਆਂ ਜਾਣਗੀਆਂ ਜੇ ਤੁਸੀਂ ਗਰੰਟੀ ਕਰਦੇ ਹੋ। ਜੇ ਸਰਕਾਰ ਕਹਿੰਦੀ ਹੈ ਜਿਹਦੇ 'ਚ ਵੀ 17 ਲੱਖ ਕਰੋੜ ਰੁਪਇਆ ਖਰਚ ਹੋਏਗਾ ਜੀ ਇਹਦੇ ਨਾਲ, ਤਾਂ ਜੇ ਅਸੀਂ 23 ਫਸਲਾਂ ਉਹ ਕਰਤੀਆਂ ਨੇ, ਕਿਉਂ ਹੋਏਗਾ? FCI ਦਾ ਜਿਹੜਾ ਰਿਵਾਈਜ਼ਡ ਬਜਟ ਹੈ, ਪਿੱਛੇ ਜਿਹੜਾ ਕਣਕ ਝੋਨਾ ਵੀ ਖਰੀਦਿਆ ਗਿਆ 2019-20 ਦਾ, ਉਹਦੇ 'ਚ 1.79 ਲੱਖ ਕਰੋੜ ਰੁਪਇਆ ਦਾ ਉਹਦਾ ਰਿਵਾਈਜ਼ਡ ਬਜਟ। ਹਾਲਾਂਕਿ ਉਹਦੇ 'ਚ ਉਹਦੀ ਕਰਪਸ਼ਨ ਵੀ ਆ, ਬੜਾ ਕੁਝ ਚੀਜ਼ਾਂ, ਉਹਦੇ 'ਚ 1,39,000 ਕਰੋੜ ਤਾਂ FSA ਦੀ ਸਬਸਿਡੀ ਹੈ, ਫੂਡ ਸਿਕਿਉਰਿਟੀ ਐਕਟ ਵਾਲੀ ਹੈ, ਫੂਡ ਸਿਕਿਉਰਿਟੀ, ਠੀਕ ਹੈ। ਔਰ ਇਹ ਵੀ ਇੱਕ ਪੈਰਲਲ ਡਾਟਾ ਡਿਸਕਸ ਹੋ ਰਿਹਾ ਹੈ ਕਿ ਜੇ 1 ਲੱਖ ਕਰੋੜ ਰੁਪਇਆ ਵੀ ਹੋਰ ਲਾ ਦਿੱਤਾ ਜਾਵੇ
ਤਾਂ ਵੀ ਇੱਥੇ ਜਿਹੜੀ MSP ਦਾ ਜਿਹੜਾ ਇੱਕ ਉਹ ਦਾਇਰਾ ਇੱਕ ਮਿਨੀਮਮ ਲੈਵਲ ਦਾ ਉਹ ਬਣ ਸਕਦਾ ਕਿਉਂਕਿ 1 ਲੱਖ ਕਰੋੜ ਦਾ ਹਾਂ ਹੋਰ ਐਡੀਸ਼ਨਲ ਉਹਦਾ ਕਾਰਨ ਇਹ ਹੈ ਜਿਹੜਾ ਦੈਟ ਇਜ਼ ਵੈਰੀ ਚੀਪ। ਤਾਂ ਮੂੰਗਫਲੀਆਂ ਦੀ ਗੱਲ ਹੋ ਗਈ ਕਿਉਂਕਿ ਜਿਹੜਾ ਉਹਦਾ ਡਾਟਾ ਕਾਰਨ ਸਾਨੂੰ ਕੀ ਹੈ? ਜਿਹੜਾ ਡਾਟਾ ਸਾਨੂੰ ਸੁਣਨ ਵਿੱਚ ਆ ਰਿਹਾ ਉਹ ਇਹ ਹੈ ਤੇ ਬੜੇ ਸਿਆਣੇ ਲੋਕ ਕਹਿ ਰਹੇ ਨੇ ਨਹੀਂ ਉਹ ਵੀ ਸਾਰੇ ਅਮਿਤ ਸ਼ਾਹ ਜੀ ਤੇ ਬੜੇ ਸਿਆਣੇ ਨੇ ਤੇ ਪਾਰਲੀਮੈਂਟ ਚ ਕਹਿ ਰਹੇ ਨੇ ਗਲਾਟੀ ਫਲਾਣੇ ਉਹ ਸਿਆਣੇ ਹੀ ਨੇ ਉਹ ਕਹਿੰਦੇ ਨੇ 17 ਲੱਖ ਕਰੋੜ ਰੁਪਇਆ ਤੁਸੀਂ ਹੋਰ ਪਰ ਮੰਗਦੇ ਹੋ। ਕੁਐਸਚਨ ਇਹ ਹੈ ਕਿ ਸਿਆਣਾ ਵਕੀਲ ਹੋਵੇ ਬਹੁਤ ਇੰਟੈਲੀਜੈਂਟ ਹੋਵੇ ਜੋ ਕਾਤਲ ਨਾਲ ਖੜਾ ਦਿਖਾਈ ਦਿੱਤਾ ਜਾਵੇ ਉਹਦੀ ਸਿਆਣਪ ਦਾ ਲੋਕਾਂ ਨੂੰ ਕੀ ਫਾਇਦਾ। ਕੋਈ ਸਵਾਲ ਇਹ ਹੈ ਕਿ ਲੋਕਾਂ ਦੇ ਪੱਖ ਦੇ ਵਿੱਚ ਤੁਸੀਂ ਖੜ ਕੇ ਕੋਈ ਜਨਰਲ ਗੱਲ ਕਰ ਰਹੇ ਹੋ ਜਾਂ ਪ੍ਰੋਫਿਟ ਮੇਕਿੰਗ ਅਮੀਰ ਘਰਾਣਿਆਂ ਦੇ ਨਾਲ ਖੜੇ ਹੋ। ਇੱਥੇ ਉਹੀ ਭਾਈ ਲਾਲੋ ਤੇ ਮਲਕ ਭਾਗੋ ਦਾ ਕੁਐਸਚਨ ਆਉਂਦਾ ਨਾ ਕਿ ਕੁਐਸਚਨ ਇਹ ਆਉਂਦਾ ਕਿ ਤੁਸੀਂ ਕੀ ਕਰਦੇ ਹੋ 1,79,000 ਔਰ ਇਹਦੇ ਨਾਲ ਕੀ ਹੋਏਗਾ। ਇਹ ਜ਼ਰੂਰੀ ਥੋੜੀ ਸਾਰਾ ਕੁਝ 1,79,000 ਕਰੋੜ ਦਾ ਮਤਲਬ ਹੈ ਕਿ ਉਹਦਾ ਮਤਲਬ ਇਹ ਹੈ 50% ਪਾਪੂਲੇਸ਼ਨ ਮੈਂ ਦੀ ਹੈ। ਤੁਹਾਨੂੰ ਦੱਸਦਾ, ਜਿਵੇਂ 16 ਫਸਲਾਂ ਤੇ ਕੇਰਲਾ ਨੇ ਇੱਕ ਕਾਨੂੰਨ ਬਣਾਤਾ ਹੈ ਜੀ ਹਾਂ ਜਿਹੜਾ ਉਹਨਾਂ ਨੇ ਫਰੂਟ ਦੇ ਜਾਂ ਸਬਜ਼ੀਆਂ ਤੇ ਜਾਂ ਬਾਕੀ ਤੇ ਅਸੀਂ Absolutely. ਕਰਾਂਗੇ। ਉਹਨੇ ਪੂਰਾ ਬਜਟ ਰੱਖਤਾ 35 ਕਰੋੜ ਰੁਪਇਆ ਰੱਖਿਆ ਪਰ ਉਹਦੇ ਨਾਲ ਕੀ ਹੈ ਕਿ ਜੇ ਉਹ ਮਾਰਕੀਟ ਡਗਮਗਾਉਂਦੀ ਹੈ ਤਾਂ ਸਰਕਾਰ ਇੰਟਰਵੀਨ ਕਰਕੇ ਫਾਰਮਰ ਨੂੰ ਪੂਰਾ ਰੇਟ ਮਿਲੇਗਾ। ਉਹ ਜੇ ਦੂਜੇ ਨੂੰ ਨਹੀਂ ਦਿੰਦੇ ਤਾਂ ਫਾਰਮਰ ਨੂੰ ਰੇਟ ਦਿਓ। ਇਹ ਪ੍ਰਪੋਜ਼ਲ ਤਾਂ ਅਸ਼ੋਕ ਗੁਲਾਟੀ ਨੇ ਵੀ ਦਿੱਤੀ ਕਿ 25,000 ਕਰੋੜ ਰੁਪਇਆ ਰੱਖ ਦਿਓ ਤੁਸੀਂ। ਨਹੀਂ ਉਹ ਜਿਹੜੀ ਪ੍ਰਪੋਜ਼ਲ ਦਾ ਕੋਈ ਮਤਲਬ ਫਿਰ ਲੀਗਲ ਕਰੋ ਨਾ, ਲਾ ਦੇ ਵਿੱਚ ਬਾਈਂਡਿੰਗ ਕਰੋ, ਉਹਦੇ ਚ ਕਿ ਲਾ ਬਣਾਓ ਤੁਸੀਂ ਕਿ ਫਾਰਮਰ ਨੂੰ ਪੂਰਾ ਮਿਲੇਗਾ, ਬਾਕੀ ਤੁਸੀਂ ਕੀ ਕਰਨਾ ਅਰੇਂਜਮੈਂਟ ਸਰਕਾਰ ਦੀ ਜ਼ਿੰਮੇਵਾਰੀ ਹੈ। ਉਹ ਆਪ ਦੂਜੀ ਜਿਹੜਾ ਉਹ ਕਹਿੰਦੇ 17 ਲੱਖ ਕਰੋੜ ਰੁਪਇਆ 17 ਲੱਖ ਦੀ ਖਰੀਦ ਲਈ ਸਾਰੀ ਪ੍ਰੋਡਿਊਸ ਦਾ ਤੁਸੀਂ ਇੱਕ ਐਸਟੀਮੇਟ ਲਾ ਲਿਆ। ਉਹ ਰੱਖ ਲਓਗੇ, ਉਹ ਕਿਤੇ ਵੇਚੋਗੇ ਨਹੀਂ, ਕਿਤੇ ਵਿਦੇਸ਼ ਚ ਭੇਜੋਗੇ, ਕੁਝ ਇੱਥੇ ਲੋਕਾਂ ਨੂੰ ਵੇਚੋਗੇ, ਉਹ ਵੀ ਤਾਂ ਕਿੰਨੇ ਦੀ ਵਿਕੂਗੀ ਉਹਦਾ ਵੀ ਤਾਂ ਅੰਦਾਜ਼ਾ ਲਾਓ ਕੋਈ। ਦੈਟਸ ਬਿਜ਼ਨਸ। ਹਾਂ ਬਿਜ਼ਨਸ ਹੈ ਨਾ, ਉਹਦੇ ਚੋਂ ਫਿਰ ਘਾਟਾ ਲਾ ਲਿਓ ਜਿੰਨਾ ਕੁ ਪਊਗਾ ਤੁਹਾਨੂੰ, ਜਿਹੜਾ ਬਾਕੀ ਖਰੀਦ ਕੇ ਘਾਟਾ ਪੈਂਦਾ ਤੁਹਾਡੇ MSP ਦੇ ਬਾਰੇ ਗੱਲ ਕੋਈ ਨਹੀਂ ਨਹੀਂ ਕਹਿੰਦਾ ਤੁਸੀਂ ਕਰ ਸਕਦੇ। ਦੇਵੇਸ਼ ਸ਼ਰਮਾ ਜੀ ਕੁਝ ਹੋਰ ਟ੍ਰੇਡ ਨਾ ਵਿੱਚ ਹੁੰਦੇ ਨੇ ਜਿਹੜੇ ਨਜ਼ਰ ਨਹੀਂ ਆਉਂਦੇ। ਮੈਂ ਉਹ ਵਾਟਰ ਸੋਰਸਿਸ ਬਾਰੇ ਪੜ੍ਹ ਰਿਹਾ ਸੀ ਔਰ ਅਸੀਂ ਨੇ ਇੱਕ ਸ਼ਬਦ ਸੁਣਿਆ ਸਾਰੇ ਸਿੰਘੂ ਬਾਰਡਰ ਤੋਂ ਕਵਰੇਜ ਆਉਂਦੀ ਨਾ ਤੇ ਉਹਦੇ 'ਚ ਇੱਕ ਫਰੇਜ਼ ਮੈਂ ਜ਼ਿੰਦਗੀ 'ਚ ਜਨਤਕ ਪੇੜ ਵਿੱਚ ਡਿਸਕਸ ਹੁੰਦਾ ਸੜਕਾਂ ਤੇ ਪਹਿਲੀ ਵਾਰ ਸੁਣਿਆ ਕਿ ਜੀ ਸਾਡੀ ਹੋਂਦ ਦਾ ਸਵਾਲ ਹੈ। ਆਮ ਤੌਰ ਤੇ ਇਹ ਬੜੇ ਫਿਲਾਸਫੀਕਲ ਕੁਐਸਚਨ ਸੀ ਜਿਹੜੇ ਸੈਮੀਨਾਰ ਦੇ ਵਿੱਚ ਬੁੱਧੀਜੀਵੀ ਗੱਲ ਕਰਦੇ ਸੀ। ਹੁਣ ਸਾਡਾ ਆਮ ਨੌਜਵਾਨ ਇਹ ਗੱਲ ਕਰਦਾ ਕਿ ਸਾਡੀ ਹੋਂਦ ਦਾ ਸਵਾਲ ਹੈ। ਜਦੋਂ ਅਸੀਂ ਵੀਟ ਜਾਂ ਪੈਡੀ ਵੇਚਦੇ ਹਾਂ, ਕਣਕ ਝੋਨਾ ਵੇਚਦੇ ਹਾਂ ਤੇ ਅਸੀਂ ਪ੍ਰੋਕਿਓਰ ਕਰਦੇ ਹਾਂ ਤੇ ਬਹੁਤ ਸਾਰੇ ਬਾਕੀ ਦੇ ਦੇਸ਼ ਵਿੱਚ ਜਾਂਦਾ ਨਾਲ ਅਸੀਂ ਇੱਕ ਦਰਿਆ ਵੇਚਦੇ ਹਾਂ। ਅਜੇ ਕਿ ਦਰਿਆ ਦਾ ਨਾਮ ਬੋਰੀ ਤੇ ਨਹੀਂ ਲਿਖਿਆ ਹੁੰਦਾ। FCI ਨੇ ਔਰ ਇਹ ਕੈਲਕੂਲੇਸ਼ਨਸ ਮੈਂ ਦੇਖ ਰਿਹਾ ਸੀ, FCI ਨੇ ਜਿਹੜਾ 2017-18 ਵਿੱਚ ਜਿਹੜਾ ਝੋਨਾ ਤੇ ਕਣਕ ਪ੍ਰੋਕਿਓਰ ਕੀਤੀ ਹੈ ਉਹਦੇ 'ਚ 59 ਬਿਲੀਅਨ ਕਿਊਬਿਕ ਮੀਟਰ ਪਾਣੀ ਲੱਗਾ ਹੋਇਆ। ਸੋ ਜਿਸ ਵੇਲੇ ਉਹ ਸਾਰਾ ਝੋਨਾ ਕਣਕ ਬਾਹਰ ਜਾਂਦੀ ਹੈ ਤੇ ਇੱਕ ਪੂਰਾ ਦਰਿਆ ਅਸੀਂ ਨਾਲ ਬਾਹਰ ਭੇਜ ਦਿੰਦੇ ਹਾਂ। ਸੈਂਟਰਲ ਗਰਾਊਂਡ ਵਾਟਰ ਬੋਰਡ ਕਹਿ ਰਿਹਾ ਹੈ ਕਿ 100 ਮੀਟਰ ਤੋਂ ਥੱਲੇ ਦਾ ਪਾਣੀ ਜਿਹੜਾ ਉਹ ਅਗਲੇ 10 ਸਾਲਾਂ 'ਚ ਖਤਮ ਹੋ ਜਾਏਗਾ ਤੇ ਜਿਹੜਾ 20 ਤੋਂ 25 ਵਾਲਾ ਜਿਹੜਾ 120-25 ਤੱਕ ਹੈ ਉਹ ਅਗਲੇ 20-25 ਸਾਲਾਂ ਦੇ ਵਿੱਚ ਖਤਮ ਹੋ ਜਾਏਗਾ। ਅਪ ਟੂ 20-25 ਮੀਟਰ ਵਾਲਾ ਵੀ ਖਤਮ ਹੋ ਜਾਏਗਾ। ਇਹ ਮ੍ਰਿਦੁਲਾ ਰਮੇਸ਼ ਜਿਹੜੇ ਕਲਾਈਮੇਟ ਸੋਲੂਸ਼ਨ ਵਾਲੇ ਨੇ ਉਹਨਾਂ ਦੀ ਇਹ ਰਿਸਰਚ ਹੈਗੀ ਹੈ। ਤੁਸੀਂ ਮੈਨੂੰ ਦੱਸੋ ਕਿ ਹੋਂਦ ਦੇ ਸਵਾਲ ਤਾਂ ਇਹ ਨੇ, ਜਿਸ ਮੇਰਾ ਕਿਸਾਨ ਅਜੇ MSP ਲਈ ਲੜ ਰਿਹਾ ਔਰ ਹਮੀਰ ਉਹਨਾਂ ਲੜਾਈਆਂ ਨੂੰ ਬੜੀ ਨੇੜਿਓਂ ਦੇਖਿਆ ਤੇ ਉਹ ਬੜੀਆਂ ਸਖਤ ਲੜਾਈਆਂ ਨੇ। ਜਿਹੜੀ ਇਸ ਤੋਂ ਅਗਲੀ ਲੜਾਈ ਹੈ ਜਿਹੜੀ ਸਾਡੀ ਰੀਅਲ ਹੋਣ ਦਾ ਸਵਾਲ ਹੈ ਸਾਡੇ ਸਾਰਿਆਂ ਦੀ, ਜਿਹੜੀ ਕਲਾਈਮੇਟ ਚੇਂਜ ਦੇ ਨਾਲ ਹੈ, ਜਿਹੜੀ ਸਸਟੇਨੇਬਿਲਿਟੀ ਦੇ ਨਾਲ ਹੈ, ਫਿਰ ਉਹ ਲੜਾਈ ਕਿਵੇਂ ਲੜੀ ਜਾਏਗੀ ਇਸ ਤੋਂ ਬਾਅਦ? ਇੱਕ ਤਾਂ ਸਾਨੂੰ MSP ਚੰਗਾ ਦਿਓ, ਦੂਸਰਾ ਕੀ ਇਹ ਲੜਾਈ ਲੜੀ ਜਾਏਗੀ ਕਿ ਅਸੀਂ ਕਣਕਾਂ ਘੱਟ ਉਗਾਈਏ, ਅਸੀਂ ਝੋਨਾ ਘੱਟ ਉਗਾਈਏ? ਇੱਕ ਮੈਂ ਉਗਾਵਾਂਗਾ ਘੱਟ, ਇੱਕ ਤੁਸੀਂ ਮੈਨੂੰ ਪੈਸੇ ਜ਼ਿਆਦਾ ਦਿਓ, ਇੱਕ ਮੈਨੂੰ ਰੇਟ ਜ਼ਿਆਦਾ ਦਿਓ ਤਾਂ ਕੁਦਰਤ ਦੇ ਨਾਲ ਮੇਰੀ ਖੇਤੀ ਬਣਦੀ ਹੈ। ਇੱਥੋਂ ਤੱਕ ਤੁਸੀਂ ਸਰਕਾਰ ਨੂੰ ਕਿੱਦਾਂ ਲਿਆਓਗੇ? ਅਜੇ ਤਾਂ ਇੱਥੇ ਤੱਕ ਤੇ ਜਾਣ ਲੱਗੇ ਸਰਕਾਰ ਕਹਿੰਦੀ ਕਿ ਤੁਸੀਂ ਤਾਂ ਜੀ ਹਿੰਦੁਸਤਾਨ ਦਾ ਅੱਧਾ ਬਜਟ ਮੰਗ ਰਹੇ ਹੋ ਤੇ ਤਿੰਨੇ ਬਿੱਲ ਤੇ ਵਾਪਸ ਨਹੀਂ ਹੋ ਸਕਦੇ। ਮੈਨੂੰ ਲੱਗਦਾ ਕਿ ਇਹ ਜਿਹੜੇ ਇਸ਼ੂਜ਼ ਲੈ ਕੇ ਅਸੀਂ ਆ ਰਹੇ ਹਾਂ ਇਸ ਟਾਈਮ ਤੇ ਉਹ ਬੇਸਿਕਲੀ ਡਿਫਿਊਜ਼ ਕਰਨ ਦੀ ਗੱਲ ਹੈਗੀ ਹੈ, ਜਿਹੜਾ ਫੋਕਸ ਮੇਨ ਕਿਸਾਨਾਂ ਦਾ ਹੈਗਾ। No, they will say you give more MSP, farmers will stick to wheat and rice। ਮੇਰੀ ਗੱਲ ਤਾਂ ਸੁਣ ਲਓ ਜੀ। ਮੈਂ ਇਸ ਕਰਕੇ ਕਹਿ ਰਿਹਾ ਇਹ ਮੈਨੂੰ ਲੱਗਦਾ ਕਿ ਇਸ ਟਾਈਮ ਡੈਲੀਬਰੇਟਲੀ ਇਹ ਇਸ਼ੂ ਲੈ ਕੇ ਆਏ ਜਾ ਰਹੇ ਆ ਤਾਂ ਕਿ ਕਿਸਾਨਾਂ ਦੀ ਜਿਹੜੀ ਗੱਲ ਹੈਗੀ ਉਹ ਕਿਤੇ ਮਤਲਬ ਡਿਸਾਈਫਰ ਹੋ ਜਾਏਗੀ ਔਰ ਕਿਤੇ ਨਾ ਕਿਤੇ ਡਿਸੈਮੀਨੇਟ ਜਿਹੜਾ ਹੈਗਾ ਇਸ਼ੂ ਜਿਹੜਾ ਹੈਗਾ ਠੀਕ ਤਰੀਕੇ ਨਾਲ ਪਹੁੰਚੇਗਾ। ਇਸ ਕਰਕੇ ਮੈਂ ਕਹਿ ਰਿਹਾ ਸਿੱਖੇ ਤੁਹਾਡੇ ਤੋਂ ਸਾਰੇ ਇਸ਼ੂ ਇਹ ਤੁਸੀਂ ਸਾਨੂੰ ਸਿਖਾਇਆ। ਮੇਰੀ ਗੱਲ ਤਾਂ ਸੁਣ ਲਓ ਨਾ, ਜੋ ਮੈਨੂੰ ਸਵਾਲ ਪੁੱਛਿਆ ਮੈਂ ਜਵਾਬ ਦੇ ਰਿਹਾ। ਮੇਰਾ ਇਹ ਕਹਿਣਾ ਹੈਗਾ ਕਿ ਬਈ ਇਹ ਟਾਈਮ ਨਹੀਂ ਹੈਗਾ ਡਿਸਕਸ ਕਰਨ ਦਾ ਕਿ ਬਈ এনवायरमेंटਲ ਇੰਪੈਕਟ ਜਿਹੜੇ ਹੈਗੇ, ਦੂਜੇ ਇੰਪੈਕਟ ਹੈਗੇ ਆ ਇਹਦੇ ਨਾਲ ਹੋਣਗੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਿਹੜੇ ਬਿੱਲ ਆ ਰਹੀ ਹੈ ਸਰਕਾਰ ਲੈ ਕੇ ਆ ਰਹੀ ਹੈ, ਲਾਜ਼ ਲੈ ਕੇ ਆ ਰਹੀ ਹੈਗੀ ਹੈ, ਉਹਦੇ ਨਾਲ ਇੰਟੈਂਸਿਵ ਐਗਰੀਕਲਚਰ ਹੋਏਗਾ, ਉਹਦੇ ਨਾਲ ਮੋਨੋਕਲਚਰ ਹੋਏਗਾ। ਇਹ ਕੰਪਨੀਆਂ ਕੋਈ ਤੁਹਾਡਾ ਬੈਲੈਂਸ ਇਕੋਲੋਜੀਕਲ ਬੈਲੈਂਸ ਠੀਕ ਕਰਨ ਨਹੀਂ ਆ ਰਹੀ ਹੈਗੀਆਂ। ਲੈਟਸ ਬੀ ਵੈਰੀ ਕਲੀਅਰ, ਸਾਰੀ ਦੁਨੀਆ ਵਿੱਚ ਤਬਾਹੀ ਹੋਈ ਹੈਗੀ ਐਗਰੀਕਲਚਰ ਦੀ। ਫਿਰ ਤਾਂ ਉਸ ਟਾਈਮ ਤੇ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਗੱਲ ਨਹੀਂ ਕੀਤੀ। ਹੁਣ ਜਿਹੜਾ ਕਿਸਾਨਾਂ ਦਾ ਇਸ਼ੂ ਬਣ ਗਿਆ ਹੈਗਾ, ਹੁਣ ਅਸੀਂ ਇਹ ਜਿਹੇ ਇਸ਼ੂ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਿ ਉਹਨੂੰ ਡਿਫਿਊਜ਼ ਕੀਤਾ ਜਾਏ। ਮੇਰੀ ਗੱਲ ਸੁਣ ਲਓ, ਪਹਿਲਾ ਸਟੈਪ ਸਾਡਾ ਇਹ ਹੈਗਾ ਕਿ ਕਿਸਾਨ ਅੱਜ ਇੰਨੇ ਦਸ਼ਕਾਂ ਬਾਅਦ ਖੜਾ ਹੋਇਆ ਹੈਗਾ। ਉਹਨੂੰ ਪਤਾ ਹੈ ਕਿ ਸਮਾਜ ਨੇ ਵਿਚ ਮੀਨਸ ਐਕੈਡਮਿਸ਼ੀਅਨਸ ਨੇ, ਇਕਨੋਮਿਸਟ ਨੇ, ਪਾਲਿਸੀ ਮੇਕਰਸ ਨੇ, ਸਭ ਨੇ ਉਹਨੂੰ ਇਗਨੋਰ ਕੀਤਾ ਹੈਗਾ ਵੈਨ ਇਟ ਕਮਸ ਟੂ ਹਿਜ਼ ਇਨਕਮ। ਔਰ ਅੱਜ
ਅੱਜ ਉਹਨੂੰ ਰਿਅਲਾਈਜ਼ ਕਰਦੇ ਪਏ ਕਿ ਵੀ ਸਾਨੂੰ ਆਪਣੀ ਲੜਾਈ ਖੁਦ ਲੜਨੀ ਪਏਗੀ। ਅੱਜ ਉਹ ਲੜਾਈ ਲੜ ਰਹੇ ਹੈਗੇ ਆ। ਅਸੀਂ ਉਹਨੂੰ ਡਿਫਿਊਜ਼ ਕਰ ਰਹੇ ਹਾਂ ਕਿ ਵੀ ਸਾਡਾ ਪਾਣੀ ਇੰਨਾ ਚਲਾ ਗਿਆ ਤੇ ਪਹਿਲੇ ਵੀ ਜਾਂਦਾ ਸੀਗਾ, ਪਰ ਮੇਰੀ ਗੱਲ ਮੈਂ ਨਾ ਨਹੀਂ ਕਰਦਾ, ਇਹ ਸਾਰੇ ਇਸ਼ੂ ਇੰਪੋਰਟੈਂਟ ਹੈਗੇ ਆ, ਲੇਕਿਨ ਮੈਂ ਕਹਿੰਦਾ ਇਹ ਟਾਈਮ ਨਹੀਂ ਹੈਗਾ ਡਿਸਕਸ ਕਰਨ ਦਾ। ਇਹ ਟਾਈਮ ਉਸ ਟਾਈਮ ਵੀ ਸੀਗਾ ਜਦ ਤੁਸੀਂ ਲਾਜ਼ ਲੈ ਕੇ ਆਏ ਹੋ, ਕਿਤੇ ਨਹੀਂ ਗੱਲ ਹੋਈ ਇਹ ਸਾਰੀ ਗੱਲਾਂ। ਹੁਣ ਕਿਉਂ ਹੋ ਰਹੀਆਂ? ਮੈਂ ਸਮਝਣ ਦੀ ਕੋਸ਼ਿਸ਼ ਕਰੀਏ। ਦੂਜੀ ਗੱਲ ਉਹ ਇਸ਼ੂ ਰੇਸ ਕਰ ਰਹੇ ਨਾ, ਬਾਕੀ ਕੰਟਰੀ ਇਸ਼ੂ ਰੇਸ ਕਰ ਰਹੇ। ਜਦ ਲਾਜ਼ ਆਣਗੇ, ਜਿਹੜੇ 3 ਲਾਜ਼ ਆਣਗੇ, ਉਸ ਟਾਈਮ ਤਾਂ ਨਹੀਂ ਕਿਸਨੇ ਬੋਲਿਆ ਕਿ ਵੀ ਇਹ ਇਸ਼ੂ ਇੰਪੋਰਟੈਂਟ ਹੈਗੇ। ਜਦੋਂ ਉਹਨਾਂ ਨੂੰ ਪੁੱਗਦਾ ਹੋਏਗਾ ਜਿਹੜਾ ਆਰਗੂਮੈਂਟ ਫਿਰ ਇਹੀ ਤਾਂ ਗੱਲ ਹੈ ਕਿ ਪੁੱਗਦਾ ਇਸ ਕਰਕੇ ਕਿ ਵੀ ਤੁਸੀਂ ਕਿਸਾਨਾਂ ਨੂੰ ਨਹੀਂ ਕੁਝ ਦੇਣਾ ਚਾਹੁੰਦੇ। ਦੂਜੀ ਗੱਲ ਮੇਰੀ ਗੱਲ ਸੁਣੋ ਕਿ ਇੰਟਰਨੈਸ਼ਨਲੀ ਵੀ ਤੁਸੀਂ ਦੇਖ ਲਓ, ਅਗਰ ਜੋ ਇਹ ਸਾਰਾ ਕਿਹਾ ਜਾਂਦਾ ਕਿ ਬਈ ਇਸ ਟਾਈਮ ਨਾਲ ਜੋ ਅਸੀਂ ਕਹਿੰਦੇ ਕਿ ਇੱਥੇ ਬੈਲੈਂਸ ਜਿਹੜਾ ਠੀਕ ਕਰਨਾ ਹੈ, ਪੰਜਾਬ ਦਾ ਇਸ਼ੂ ਹੈਗਾ ਜਾਂ ਬਾਕੀ ਸਟੇਟਸ ਦਾ ਜਿਹੜਾ ਕਿਸੇ ਵੀ ਸਟੇਟ 'ਚ ਇਸ਼ੂ ਹੋਏਗਾ, ਮੈਂ ਸਭ ਉਹਦੇ ਸਹਿਮਤ ਹੈਗਾ ਕਿ ਸਾਨੂੰ ਉਸ ਚੱਕਰ ਵਿੱਚੋਂ ਨਿਕਲਣਾ ਹੈਗਾ। ਅਸੀਂ ਇਹ ਜਿਹੜਾ ਪਾਣੀ ਤੁਸੀਂ ਗੱਲ ਕੀਤੀ ਹੈਗੀ, ਇਹ ਕਦੋਂ ਗੱਲ ਹੋ ਰਹੀ ਹੈ? ਕਿਆ WTO ਵਿੱਚ ਨਹੀਂ ਹੋ ਸਕਦਾ ਡਿਸਕਸ ਹੈ? Why are on one side, hold on, why are on one side pushing in WTO ਕਿ ਹੋਰ ਐਗਰੀਕਲਚਰ ਦੀ ਟ੍ਰੇਡ ਹੋਏ? ਜਦ ਐਗਰੀਕਲਚਰ ਦੀ ਟ੍ਰੇਡ ਹੋਏਗੀ ਤਾਂ ਪਾਣੀ ਤਾਂ ਨਾਲ ਜਾਏਗਾ। ਸੋ ਕਿਉਂ ਨਹੀਂ ਅਸੀਂ ਉਧਰ ਤੱਕ, ਮਤਲਬ ਸਾਨੂੰ ਸੂਟ ਕਰਦਾ ਹੈ, ਅਸੀਂ ਚੁੱਪ ਰਹਿੰਦੇ ਹੈਗੇ ਆ। ਇੱਥੇ ਅਸੀਂ ਇਹਨੂੰ ਇਸ ਟਾਈਮ ਤੇ ਲੈ ਕੇ ਆ ਰਹੇ ਹਾਂ ਜਦ ਫਾਰਮਰ ਇੱਕ ਐਸੇ ਇਸ਼ੂ ਵਾਸਤੇ ਖੜਾ ਹੋ ਰਿਹਾ ਹੈ, ਜਦ ਕਿ ਉਹਦੀ ਲਾਈਫ ਐਂਡ ਡੈਥ ਦਾ ਸਵਾਲ ਹੈਗਾ। ਆਈ ਥਿੰਕ ਇਟ ਇਜ਼ ਟਾਈਮ ਫॉर ਆਲ ਆਫ ਅਸ ਟੂ ਫੋਕਸ ਔਨ ਕਿ ਫਾਰਮਰਸ ਨੂੰ ਐਟ ਦੀ ਐਂਡ ਆਫ ਦੀ ਡੇ ਇਨਕਮ ਕਿਸ ਤਰ੍ਹਾਂ ਮਿਲੇ ਜਾਦੇ। ਉਹ ਇਹ ਇਸ਼ੂ ਹੈਗਾ। ਇੱਕ ਗੱਲ ਮੈਂ ਇਸ ਕਰਕੇ ਕਹਿ ਰਿਹਾ ਸਰ ਕਿ ਦੁਨੀਆ ਵਿੱਚ ਅੱਜ ਕੋਈ ਐਗਜ਼ਾਮਪਲ ਨਹੀਂ ਹੈ ਤੁਹਾਡੇ ਕੋਲ ਕਿ ਜਿਹਦੇ ਵਿੱਚ ਫਾਰਮਰਸ ਨੂੰ ਜ਼ਿਆਦਾ ਇਨਕਮ ਮਿਲੀ ਹੋਏ ਇਸ ਮਾਰਕੀਟ ਡਰਿਵਨ ਐਗਰੀਕਲਚਰ ਤੋਂ। ਜਦ ਉੱਥੇ ਨਹੀਂ ਸਕਸੀਡ ਕੀਤਾ ਹੈਗਾ, ਵੇਅਰ ਦੀ ਲੈਂਡ ਹੋਲਡਿੰਗਸ ਆਰ ਵੈਰੀ ਬਿਗ। ਇੰਡੀਆ 'ਚ ਕਿਹਾ ਜਾਂਦਾ ਹੈ ਕਿ ਸਾਹਿਬ ਤੁਹਾਡੀ ਲੈਂਡ ਹੋਲਡਿੰਗ ਬੜੀ ਸਮਾਲ ਹੈ, 5 ਏਕੜ ਤੋਂ ਘੱਟ ਹੈਗੀ, 86% ਦੀ। ਸੋ ਦੇਅਰਫੋਰ ਯੂ ਹੈਵ ਨੋ ਚੋਇਸ ਬਟ ਟੂ ਐਗਰੀਗੇਟ ਐਗਰੀਕਲਚਰ ਕੋਆਪਰੇਟਿਵ ਬਲਾ ਬਲਾ ਬਲਾ, ਅਸੀਂ ਸੁਣਦੇ ਹੈਗੇ ਹਾਂ। ਲੇਕਿਨ ਸਰ ਜਿਨ੍ਹਾਂ ਕੰਟਰੀ ਵਿੱਚ ਬਹੁਤ ਲੈਂਡ ਹੋਲਡਿੰਗ ਹੈ, ਬੜੀ ਲੈਂਡ ਹੋਲਡਿੰਗ ਹੈ, ਅਮਰੀਕਾ ਵਿੱਚ 440 ਏਕੜ ਹੈਗੀ ਹੈ ਲੈਂਡ ਹੋਲਡਿੰਗ ਸਾਈਜ਼, ਆਸਟ੍ਰੇਲੀਆ ਵਿੱਚ ਸਰ 4000 ਹੈਕਟੇਅਰ ਤੋਂ ਜ਼ਿਆਦਾ ਲੈਂਡ ਹੋਲਡਿੰਗ ਸਾਈਜ਼ ਹੈ। ਐਗਰੀਕਲਚਰ ਉੱਥੇ ਵੀ ਬੜੇ ਭਿਆਨਕ ਕ੍ਰਾਈਸਿਸ ਵਿੱਚ ਹੈਗਾ। ਵਾਈ ਦੇ ਹੈਵ ਮਾਰਕੀਟ ਡਰਿਵਨ ਐਗਰੀਕਲਚਰ। ਆਈ ਥਿੰਕ ਦ ਟਾਈਮ ਫॉर ਅਸ ਨਾਓ ਇਜ਼ ਟੂ ਡਿਸਕਸ ਕਿ ਸਾਡਾ ਫਾਰਮੈਟ ਕੀ ਹੋਣਾ ਚਾਹੀਦਾ, ਸਾਡਾ ਕੀ ਤਰੀਕਾ ਹੋਣਾ ਚਾਹੀਦਾ ਕਿ ਅਸੀਂ ਕਿਸਾਨ ਨੂੰ ਇੱਕ ਇਨਕਮ ਦਈਏ। ਇਕੋਲੋਜੀਕਲ ਬੈਲੈਂਸ ਮੇਨਟੇਨ ਕਰਨਾ, ਯੈਸ ਦੈਟ ਇਜ਼ ਇੰਪੋਰਟੈਂਟ, ਲੈਟ ਦੈਟ ਬੀ ਦ ਨੈਕਸਟ ਸਟੈਪ, ਲੈਟਸ ਵਰਕ ਇਟ ਔਨ ਇਟ। ਨਾਲੇ ਹੈ ਜੀ ਫਾਰਮਰ ਉਹ ਲੜਾਈ ਉਸੇ ਦੀ ਲੜਾਈ ਲੜ ਰਿਹਾ ਹੈ। ਆਪਣੀ ਆਮਦਨ ਦੀ ਲੜਾਈ ਤਾਂ ਉਹਦੀ ਮੇਜਰ ਲੜਾਈ ਹੈ, ਪਰ ਇਹ ਲੜਾਈ ਉਸੇ ਦੀ ਲੜਾਈ ਹੈ ਕਿਉਂਕਿ ਕਲਾਈਮੇਟ ਪ੍ਰੋਬਲਮ ਕਿਹਨੇ ਕ੍ਰੀਏਟ ਕੀਤੀ ਹੈ? ਪ੍ਰੋਫਿਟ ਮੈਕਸਿਮਾਈਜੇਸ਼ਨ ਦੇ ਮਾਡਲ ਨੇ, ਕਾਰਪੋਰੇਟ ਨੇ, ਕਿਸਾਨ ਨੇ ਤਾਂ ਨਹੀਂ ਕੀਤੀ ਨਾ। ਕਿਸਾਨ ਉਹਦੇ ਨਾਲ ਟੱਕਰ ਲੈ ਰਿਹਾ, ਉਸ ਪਾਲਿਸੀ ਨਾਲ, ਉਸ ਡਿਵੈਲਪਮੈਂਟ ਦੇ ਮਾਡਲ ਨੂੰ ਚੈਲੰਜ ਕਰ ਰਿਹਾ ਕਿ ਤੁਹਾਡਾ ਮਾਡਲ ਗਲਤ ਹੈ। ਇਹ ਗਰੀਬ ਨੂੰ ਵੀ ਹੋਰ ਗਰੀਬ ਬਣਾ ਰਿਹਾ, ਉਹਨੂੰ ਕੁਝ ਦੇਣਾ ਨਹੀਂ ਚਾਹੁੰਦਾ, ਇਹ ਕੁਦਰਤੀ ਸਾਧਨਾਂ ਦਾ ਵੀ ਸ਼ੋਸ਼ਣ ਕਰ ਰਿਹਾ। ਇਸੇ ਕਰਕੇ ਜਦੋਂ ਇਹ ਲੜਾਈ ਉਹਦੇ ਤੋਂ ਬਹੁਤ ਜ਼ਿਆਦਾ ਆਰਟੀਕੂਲੇਸ਼ਨ ਨਾਲ ਇਹ ਨਾ, ਕਿਉਂਕਿ ਮਾਡਲ ਨੂੰ ਐ ਕਰਦਾ, ਪਰ ਉਹ ਲੜਾਈ ਉਧਰ ਜਾ ਰਹੀ ਹੈ ਉਸੇ ਲਈ। ਅਮਰੀਕਾ ਦਾ, ਯੂਰਪ ਦਾ ਜਿਸ ਕਿਸਮ ਦਾ ਕਲਾਈਮੇਟ ਆ, ਉਹ ਮੋਨੋਕਲਚਰ ਵਾਲੀਆਂ ਫਸਲਾਂ 'ਚ ਸੀਗੇ। ਉਹਨਾਂ ਨੇ ਤਕਾਏ ਕੀਤਾ ਕਿ ਹੁਣ ਫਿਲੀਪਾਈਨਸ ਹੈ, ਬੋਟਸਵਾਨਾ ਹੈ, ਅਫਰੀਕਨ ਕੰਟਰੀ ਨੇ ਸਾਰੇ ਗ੍ਰੇਨ ਸਾਡੇ ਤੋਂ ਲੈਣ। ਉਸ ਤੋਂ ਬਾਅਦ ਜਿਸ ਵੇਲੇ ਐਥਨੋਲ ਦੇ ਵਿੱਚ ਚਲੇ ਗਏ, ਉਹਨਾਂ ਨੂੰ ਇੱਕ ਨਵੀਂ ਪੰਗਾ ਪੈ ਗਿਆ ਕਿ ਫੂਡ ਗ੍ਰੇਨ ਨੂੰ ਐਥਨੋਲ ਵਾਲੇ ਪਾਸੇ ਨੂੰ ਪੁਸ਼ ਕੀਤਾ ਜਾਵੇ, ਤਾਂ ਪ੍ਰਾਈਸਿਸ ਜਿਹੜੀਆਂ ਫਿਲੀਪਾਈਨਸ, ਬੋਟਸਵਾਨਾ ਵਿੱਚ ਇਸ ਤਰੀਕੇ ਦੇ ਨਾਲ ਟ੍ਰੈਬਲ ਹੋ ਗਈਆਂ, 3 ਗੁਣਾ, 4 ਗੁਣਾ, 5 ਗੁਣਾ। 36-37 ਕੰਟਰੀਆਂ ਦੇ ਵਿੱਚ ਫੂਡ ਰਾਈਟਸ ਹੋਏ ਨੇ ਇਸ ਸਾਰੇ ਦੇ ਦੌਰਾਨ। ਹੋਣਗੇ ਇਹਦੇ ਤੋਂ ਬਿਨਾਂ ਵੀ ਬਾਕੀ ਜਿਹੜੇ ਮਾਮਲੇ ਨੇ, ਜਿਹੜਾ ਪੋਲੂਸ਼ਨ ਹੈ ਜਾਂ ਆਲਮੀ ਤਪਸ਼ ਦਾ ਕੁਐਸਚਨ ਹੈ ਜੀ, ਇਹ ਕਿੱਥੋਂ ਆ ਰਿਹਾ ਜ਼ਿਆਦਾ? ਮੈਂ ਇਹਦਾ ਕੌਣ ਸੋਰਸ ਹੈ ਕਿ ਮੇਰਾ ਕਿਸਾਨ ਚੰਗੀ ਔਰ ਈਵਨ ਕਿਸਾਨ ਜਿਹੜਾ ਪਾਣੀ ਦਾ ਵੀ ਕੁਐਸਚਨ ਹੈ, ਪੰਜਾਬ ਦਾ ਕਿਸਾਨ ਕਿਉਂ ਮੰਗ ਰਿਹਾ ਬਾਕੀ ਫਸਲਾਂ ਤੇ ਖਰੀਦ ਦੀ ਗਾਰੰਟੀ? ਉਹ ਇਸੇ ਲਈ ਮੰਗ ਰਿਹਾ ਕਿ ਬਾਕੀ ਫਸਲਾਂ ਤੇ ਜਦੋਂ ਖਰੀਦ ਦੀ ਗਾਰੰਟੀ ਲਾ ਬਣ ਗਿਆ ਤਾਂ ਉਹ ਝੋਨੇ ਤੇ ਜਿਹੜਾ ਪਾਣੀ ਜ਼ਿਆਦਾ ਜਾ ਰਿਹਾ ਉਹਦੇ ਤੋਂ ਡਾਈਵਰਸਿਫਾਈ ਹੋਣਾ ਚਾਹੁੰਦਾ, ਗਵਰਨਮੈਂਟ ਉਹ ਤੋਂ ਹੱਥ ਖਿੱਚਣਾ ਚਾਹੁੰਦੀ ਹੈ, ਉਹ ਨਹੀਂ ਦੇਣਾ ਚਾਹੁੰਦੀ। ਆਈ ਗੈਟ ਦੈਟ ਪੁਆਇੰਟ, ਆਈ ਐਮ ਇੰਟਰਸਟਿਡ ਇਨ ਦਿਸ ਕਿ ਜਿਹੜਾ ਆਰਗੂਮੈਂਟ ਸਰਕਾਰ ਜਾਂ ਕਹਿੰਦੀ ਹੈ ਜਾਂ ਦੇਸ਼ ਦੇ ਵਿੱਚੋਂ ਪਰਸੈਪਸ਼ਨ ਕ੍ਰੀਏਟ ਕੀਤੀ ਜਾਂਦੀ ਹੈ, ਉਸ ਦਾ ਸਪਸ਼ਟ ਜਵਾਬ ਹੋਣਾ ਚਾਹੀਦਾ ਤੇ ਉਹ ਸਾਡੇ ਲੋਕਾਂ ਦੀ ਆਮ ਜਨਤਕ ਸਮਝ ਦਾ ਹਿੱਸਾ ਬਣਨਾ ਚਾਹੀਦਾ। ਉਹਦੇ ਵਿੱਚ ਸਪਸ਼ਟ ਜਵਾਬ ਹੈ ਨਾ ਕਿ ਫਾਰਮਰ ਹੀ ਉਸ ਮਾਡਲ ਨੂੰ ਚੈਲੰਜ ਕਰ ਰਿਹਾ ਹੈ, ਉਸ ਲਾਈਫਸਟਾਈਲ ਨੂੰ ਚੈਲੰਜ ਕਰ ਰਿਹਾ ਹੈ, ਉਸ ਪਾਲਿਸੀ ਮੇਕਿੰਗ ਨੂੰ ਚੈਲੰਜ ਕਰ ਰਿਹਾ ਹੈ, ਜਿਹੜੀ ਪਾਲਿਸੀ ਮੇਕਿੰਗ ਨੇ ਕਲਾਈਮੇਟ ਦੀ ਪ੍ਰੋਬਲਮ ਕ੍ਰੀਏਟ ਕੀਤੀ ਹੈ। ਇਹ ਚੈਲੰਜ ਹੋ ਰਿਹਾ ਹੈ। ਸਿੰਪਲ ਇਹਦਾ ਸਵਾਲ ਦਾ ਜਵਾਬ ਹੈ ਕਿ ਜੇ ਸਰਕਾਰ ਸਾਰੇ ਪਾਸਿਓਂ MSP ਦੇ ਉੱਤੇ ਪੂਰੇ ਦੇਸ਼ ਦੇ ਵਿੱਚੋਂ ਪ੍ਰੋਕਿਊਰਮੈਂਟ ਕਰੇਗੀ ਤਾਂ ਪੰਜਾਬ ਹਰਿਆਣਾ ਵਿੱਚ ਜੋ ਜਿਵੇਂ ਅੱਜ ਕਵਰਡ ਅਪ ਟੂ 98% 95% ਤੱਕ ਉਹ ਨਹੀਂ ਰਹੇਗਾ। ਦਵਿੰਦਰ ਸ਼ਰਮਾ ਜੀ ਦਾ ਕਹਿਣਾ ਉਹਦਾ ਤਰੀਕਾ ਇਹ ਹੈ ਕਿ ਤੁਸੀਂ ਉਹਦੇ ਤੇ ਭਾਵੇਂ ਪਿਊਨਿਟਿਵ ਮੈਜਰਸ ਆਣ, ਜੋ ਮਰਜ਼ੀ ਹੋਵੇ, ਕੋਈ ਬੰਦਾ ਲੈਟ ਮੀ ਕਲੈਰੀਫਾਈ। ਇਹਦਾ ਕਹਿਣਾ ਹੈ ਜੋ ਹਮੀਰ ਜੀ ਕਹਿ ਰਹੇ ਉਹ ਹੈਗਾ ਕਿ ਦੇਖੋ ਕਿਸਾਨ ਸਾਡਾ ਬੇਵਕੂਫ ਨਹੀਂ ਹੈ। ਇਹ ਨਾ ਸੋਚੋ ਕਿ ਉਹਨੂੰ ਪਤਾ ਨਹੀਂ ਕਿ ਪਾਣੀ ਜ਼ਿਆਦਾ ਮੈਂ ਦੋਹਨ ਕਰ ਰਿਹਾ ਹੈਗਾ। ਉਹ ਵੀ ਚਾਹੁੰਦਾ ਹੈਗਾ ਆਲਟਰਨੇਟਿਵ ਤਰਫ ਜਾਣਾ, ਉਹਦੇ ਕੋਲ ਆਲਟਰਨੇਟਿਵ ਕੋਈ ਹੈ
ਹੀ ਨਹੀਂ ਹੈ ਬਿਕੋਜ਼ ਜਦ ਅਸੀਂ 23 ਫਸਲਾਂ ਤੇ ਲੀਗਲ ਕਰ ਦੇਵਾਂਗੇ, ਲੈਟਸ ਸੇ ਮੱਕੀ ਹੈ, ਮੱਕੀ ਦਾ ਆਲਟਰਨੇਟਿਵ ਹੈਗਾ ਆਪਣੇ ਝੋਨੇ ਦਾ, ਤਾਂ ਮੱਕੀ ਦਾ ਅਗਰ ਉਹਨੂੰ 1850 ਰੁਪਏ ਮਿਲਦਾ ਹੈ ਤਾਂ ਉਹ ਸ਼ਿਫਟ ਕਰਨ ਨੂੰ ਤਿਆਰ ਹੈ। ਜੇ ਤੁਸੀਂ ਉਹਨੂੰ 800 900 1000 ਰੁਪਏ ਚ ਵੇਚਣ ਤੇ ਮਜਬੂਰ ਕਰੋਗੇ, ਕਿਉਂ ਸ਼ਿਫਟ ਕਰੇਗਾ? ਉਹ ਬੇਵਕੂਫ ਤੁਸੀਂ ਹੈ। ਕਹਿ ਰਹੇ ਹੋ ਕਿ ਜੇ ਤੁਸੀਂ ਐਮਐਸਪੀ ਸਾਰਿਆਂ ਦਾ ਇੰਸ਼ੋਰ ਕਰੋਗੇ ਤਾਂ ਆਪਣੇ ਆਪ ਕਿਸਾਨ ਸ਼ਿਫਟ ਕਰਨਗੇ, ਤਾਂ ਇੱਕ ਹੱਦ ਤੱਕ ਸ਼ਿਫਟ ਆਪਣੇ ਆਪ ਹੋਏਗਾ। ਉਹਨਾਂ ਦਾ ਇੱਕ ਆਰਗੂਮੈਂਟ ਇਹ ਵੀ ਹੈ ਕਿ ਜੇ ਸਾਰਿਆਂ ਨੂੰ ਐਮਐਸਪੀ ਦਿਆਂਗੇ ਤਾਂ ਫਿਰ ਇਸੇ ਕਲਚਰ ਦੇ ਵਿੱਚ ਤੁਸੀਂ ਦੋ ਫਸਲਾਂ ਦੇ ਕਲਚਰ 'ਚ ਫਸੇ ਰਹੋਗੇ। ਨਹੀਂ, ਜੇ ਸਾਰਿਆਂ ਨੂੰ ਦਿਓਗੇ ਫਿਰ ਸਗੋਂ ਨਿਕਲੋਗੇ, ਜੇ ਨਹੀਂ ਦੇ ਰਹੇ ਤਾਂ ਉਹ ਦੋ ਫਸਲਾਂ 'ਚ ਹੀ ਫਸਿਆ ਹੋਏਗਾ। ਇਹਦਾ ਗੱਲ ਇਹ ਹੈ ਸਗੋਂ। ਜਿਹੜਾ ਆਰਗੂਮੈਂਟ ਮੈਂ ਜਿਹੜਾ ਪਹਿਲਾ ਸਵਾਲ ਪੁੱਛ ਰਿਹਾ ਸੀ ਉਹ ਸਵਾਲ ਨੂੰ ਮੈਂ ਦੂਸਰੇ ਤਰੀਕੇ ਨਾਲ ਪੁੱਛ ਲੈਣਾ। ਉਹ ਕਹਿੰਦੇ ਇੱਕ ਰੀਜਨਲ ਬਾਇਸ ਕ੍ਰੌਪ ਪੈਟਰਨ ਦੇ ਵਿੱਚ ਇਹਦੇ ਨਾਲ ਆ ਜਾਂਦਾ। ਜੇ ਅਸੀਂ ਐਮਐਸਪੀ ਜਿਸ ਤਰੀਕੇ ਨਾਲ ਮਿਲਦਾ ਰਿਹਾ ਉਹਦੇ ਨਾਲ ਇੱਕ ਰੀਜਨਲ ਬਾਇਸ ਆ ਗਿਆ ਕ੍ਰੌਪ ਪੈਟਰਨਸ ਦੇ ਵਿੱਚ, ਇਹ ਇਹਦੇ ਵਿੱਚ ਫਸ ਗਏ ਕਣਕ ਝੋਨੇ ਦੇ ਵਿੱਚ ਤੇ ਬਾਕੀਆਂ ਤੋਂ ਪ੍ਰੋਕਿਉਰ ਨਹੀਂ ਹੋਇਆ। ਮੇਰੀ ਗੱਲ ਸੁਣੋ, ਇੱਕ ਮਿੰਟ ਤੁਹਾਡੀ ਗੱਲ ਉੱਥੇ ਭੁੱਲ ਜਾਓਗੇ। ਜੋ ਤੁਸੀਂ ਕਿਹਾ ਨਾ ਰੀਜਨਲ ਬਾਇਸ ਆਏਗਾ ਕ੍ਰੌਪ ਪੈਟਰਨ ਦੇ ਵਿੱਚ। ਹਾਂ, ਕ੍ਰੌਪ ਪੈਟਰਨ ਉਹ ਡੈਲੀਬਰੇਟਲੀ ਅਸੀਂ ਪੁਸ਼ ਕੀਤਾ ਸੀਗਾ ਪਾਲਿਸੀ ਮੇਕਰਸ। ਤੁਸੀਂ ਕਿਸ ਤਰ੍ਹਾਂ ਕਹਿੰਦੇ ਬਾਇਸ ਆਈ ਹੈ, ਤਾਂ ਉਹ ਤੁਸੀਂ ਡੈਲੀਬਰੇਟਲੀ ਪੁਸ਼ ਕੀਤਾ। ਆਈ ਐਮ ਸੇਇੰਗ ਨੋ ਗਿਵਨ ਰਿਐਲਿਟੀਜ਼ ਤਾਂ ਇਹੀ ਨੇ ਨਾ। ਨਹੀਂ ਗਿਵਨ ਰਿਐਲਿਟੀਜ਼ ਨਹੀਂ ਹੈ, ਉਹ ਕਰਨਾ ਪਏਗਾ। ਪਰ ਉਹ ਕ੍ਰੌਪ ਪੈਟਰਨ ਦਾ ਬਾय ਦਾ ਵੇ ਬਾਇਸ ਨਹੀਂ ਹੈਗਾ, ਉਹ ਫਾਰਮਰ ਇਨਕਮ ਦਾ ਵੀ ਬਾਇਸ ਹੈ। ਤੁਸੀਂ ਖੁਦ ਕਹਿ ਰਹੇ ਹੋ ਬਿਹਾਰ ਦੇ ਫਾਰਮਰ ਦੀ ਇਨਕਮ ਕਿੰਨੀ ਹੈ, ਪੰਜਾਬ ਦੀ ਇਨਕਮ ਕਿੰਨੀ ਹੈ। ਫਾਰਮਰਸ ਇਨਕਮ, ਮੇਰੀ ਗੱਲ ਸੁਣੋ, ਸਪੋਜ਼ ਕਰੋ ਅਸੀਂ ਕਣਕ ਔਰ ਪੈਡੀ ਤੋਂ ਇਲਾਵਾ ਉਸ ਟਾਈਮ ਅਗਰ ਜਦ ਪਾਲਿਸੀ ਮੇਕਰਸ ਨੂੰ ਚਾਹੀਦਾ ਸੀ, ਉਹਨਾਂ ਨੇ ਅਗਰ ਮੱਕੀ ਪ੍ਰਮੋਟ ਕੀਤੀ ਹੁੰਦੀ ਤਾਂ ਮੱਕੀ ਪ੍ਰਮੋਟ ਹੋਣੀ ਸੀਗੀ ਉਸੇ ਰਿਲੇਸ਼ਨ। ਦੀ ਪੁਆਇੰਟ ਇਜ਼ ਅਸੀਂ ਡੈਲੀਬਰੇਟਲੀ ਉਹ ਡਿਜ਼ਾਈਨ ਕੀਤਾ ਹੈ ਕ੍ਰੌਪਿੰਗ ਪੈਟਰਨ ਐਂਡ ਵੀ ਆਰ ਬਲੇਮਿੰਗ ਦੀ ਫਾਰਮਰਸ ਫॉर ਇਟ। ਦੈਟ ਇਜ਼ ਦ ਪੁਆਇੰਟ। ਔਰ ਫਾਰਮਰ ਐਕਚੁਅਲੀ ਨਿਕਲਣਾ ਚਾਹੁੰਦਾ ਹੈਗਾ, ਅਸੀਂ ਉਹਨੂੰ ਨਿਕਲਣ ਨਹੀਂ ਦੇਣਾ ਚਾਹੁੰਦੇ। ਉਹ ਚਾਹੁੰਦਾ ਹੈਗਾ ਕਿ ਮੈਨੂੰ ਹੋਰ ਚੋਇਸਿਸ ਦਿਓ, ਮੈਂ ਚੋਇਸ ਕਰਕੇ ਨਿਕਲਣ ਤਿਆਰ ਹੈ। ਤਿੰਨ ਲੱਤਾਂ ਦੇ ਉੱਤੇ ਮੈਂ ਖੜਾ ਕੀਤਾ ਸੀ ਡਿਬੇਟ, ਦੋ ਤੁਸੀਂ ਭੰਨ ਦਿੱਤੀਆਂ ਨੇ। ਪਹਿਲੀ ਗੱਲ ਤੇ ਵੀ 6% ਐਮਐਸਪੀ ਕਵਰ ਕੀਤੀ ਸੀ, ਇਹ ਲੱਤ ਤੇ ਅਮੀਰ ਸਿੰਘ ਜੀ ਨੇ ਤੋੜ ਦਿੱਤੀ ਹੈ। ਦੂਜੀ ਇੱਕ ਇਹ ਸੀ ਕਿ ਭਾਈ ਇਹ ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਵਾਲਿਆਂ ਨੇ ਤੇ ਇਹ ਸਿਰਫ ਫਾਇਦਾ ਲੈਂਦੇ ਨੇ, ਇਹ ਲੱਤ ਤੁਸੀਂ ਭੰਨ ਦਿੱਤੀ ਹੈ। ਹੁਣ ਇੱਕ ਲੱਤ ਹੋਰ ਸਰਕਾਰ ਨੇ ਬੜੀ ਜ਼ੋਰ ਦੀ ਰੱਖੀ ਹੋਈ ਹੈ ਵੀ ਵੱਡੇ ਕਿਸਾਨਾਂ ਨੂੰ ਇਹਦਾ ਫਾਇਦਾ ਹੁੰਦਾ। ਤੇ ਇੱਕ ਸਵਾਲ ਅਮੀਰ ਜੀ ਬਾਕੀ ਦਾ ਸਾਰੇ ਦੇਸ਼ ਵੱਲੋਂ ਵੀ ਉਹ 3 ਬਿੱਲ ਪਾਸ ਵਾਪਸ ਲੈਣਗੇ ਕਿ ਨਹੀਂ ਲੈਣਗੇ? ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਦਵਿੰਦਰ ਸ਼ਰਮਾ ਜੀ, ਖੇਤੀ ਨੀਤੀਆਂ ਦੇ ਐਕਸਪਰਟ, ਤੇ ਹਮੀਰ ਸਿੰਘ ਜੀ, ਸੀਨੀਅਰ ਪੱਤਰਕਾਰ। ਦਵਿੰਦਰ ਸ਼ਰਮਾ ਜੀ, ਹੁਣ ਸਰਕਾਰ ਕਹਿੰਦੀ ਹੈ ਭਾਈ ਜੇ ਮੰਡੀਕਰਨ ਦਾ ਸਿਸਟਮ ਹੋਵੇਗਾ, ਮੰਡੀਕਰਨ ਦਾ ਸਿਸਟਮ ਹੈ ਕਿ ਇੱਕ ਕੈਪੀਟਲਿਸਟ ਸਿਸਟਮ ਹੈ, APMC ਦੇ ਅੰਦਰ ਜਿਹੜਾ ਵਪਾਰ ਹੈ ਉਹ ਸਰਕਾਰੀ ਨਹੀਂ ਆ, ਉਹ ਪ੍ਰਾਈਵੇਟ ਟ੍ਰੇਡ ਹੈ। ਮਤਲਬ ਲੋਕਾਂ ਨੂੰ ਲੱਗਦਾ ਕਿ ਸਰਕਾਰ ਖਰੀਦ ਰਹੀ ਹੈ, ਬਟ ਇਟਸ ਅ ਪ੍ਰਾਈਵੇਟ ਟ੍ਰੇਡ ਐਬਸੋਲੂਟਲੀ। ਤੇ ਜਿਹੜਾ ਆਊਟਸਾਈਡ ਦਾ MSP ਆ ਉਹ ਤਾਂ ਖੁੱਲ੍ਹ ਕੇ ਪ੍ਰਾਈਵੇਟ ਟ੍ਰੇਡ ਹੈ। ਤੇ ਫਿਰ ਪ੍ਰਾਈਵੇਟ ਟ੍ਰੇਡ ਤੱਕ ਜਿਨ੍ਹਾਂ ਦੀ ਪਹੁੰਚ ਹੁੰਦੀ ਹੈ, ਮੰਡੀਕਰਨ ਸਿਸਟਮ ਤੱਕ ਜਿਨ੍ਹਾਂ ਦੀ ਪਹੁੰਚ ਹੁੰਦੀ ਹੈ, ਉਹ ਆਮ ਕਿਸਾਨ ਦਾ ਤਾਂ ਨਹੀਂ ਹੁੰਦੀ, ਉਹ ਵਾਇਆ ਆੜਤੀਆ ਹੁੰਦੀ ਹੈ ਜਾਂ ਵੱਡੇ ਕਿਸਾਨਾਂ ਦੀ ਉਸ ਕਿਸਮ ਦੀ ਪਹੁੰਚ ਹੁੰਦੀ ਹੈ। ਬਟ ਇਜ਼ ਇਟ ਰੀਅਲੀ ਦਾ ਲਾਰਜ ਫਾਰਮਰ? ਸਰ ਸਾਡੇ ਨਾ ਇੱਕ ਮੈਂਟਲ ਬਲੌਕ ਹੈਗਾ, ਔਰ ਮੈਂਟਲ ਬਲੌਕ ਇਹ ਹੈਗਾ ਕਿ ਕਿਸਾਨ ਨੂੰ ਜਦ ਅਸੀਂ ਇਮੇਜਿਨ ਕਰਦੇ ਹਾਂ ਉਹਦੀ ਪਿਕਚਰ, ਸਾਨੂੰ ਨਜ਼ਰ ਆਉਂਦਾ ਕਿ ਧੋਤੀ ਕੁੜਤਾ ਮਿੱਟੀ ਨਾਲ ਮੈਲੇ ਕੱਪੜੇ ਹੋਣਗੇ, ਜੁੱਤੀ ਉਹਦੇ ਕਿਤੇ ਨਾ ਕਿਤੇ ਟੁੱਟੀ ਹੋਏਗੀ, ਹੈ ਨਾ, ਉਹ ਹੋਏਗਾ, ਔਰ ਪਲੱਸ ਉਹਦੀ ਪਗੜੀ ਹੋਏਗੀ ਤਾਂ ਉਹ ਵੀ ਉਹਦੀ ਹੋਏਗੀ, ਦਾੜੀ ਨਹੀਂ ਬਣਾਈ ਹੋਏਗੀ, ਉਹਨੇ ਮੁੱਛਾਂ ਹੋਣਗੀਆਂ ਤਾਂ ਉੱਪਰ ਹੋਣਗੀਆਂ ਥੱਲੇ ਹੋਣ, ਉਹ ਮਤਲਬ ਗ੍ਰੇਡ। ਮੈਂ ਉਹੀ ਕਹਿ ਰਿਹਾ, ਐਕਚੁਅਲੀ ਜਿਹੜੇ ਸਾਡੇ ਪੜ੍ਹੇ ਲਿਖੇ ਲੋਕੀ ਹੈਗੇ, ਦੇ ਐਕਚੁਅਲੀ ਕੈਰੀ ਅ ਕੰਟੈਂਪਟ ਫॉर ਫਾਰਮਰਸ। ਮੈਨੂੰ ਬੜਾ ਦੁੱਖ ਹੈ ਇਸ ਕਹਿੰਦੇ ਹੋਏ ਕਿ ਅਸੀਂ ਲੋਕ ਇਹ ਸੋਚ ਕੇ ਚੱਲਦੇ ਹਾਂ ਕਿਸਾਨ ਨੂੰ ਤਾਂ ਕੁਝ ਮਿਲਣਾ ਨਹੀਂ ਚਾਹੀਦਾ ਹੈਗਾ, ਉਹ ਸਾਰੀ ਇਨਕਮ ਜਿਹੜੀ ਹੈਗੀ ਮੈਨੂੰ ਹੀ ਆਣੀ ਚਾਹੀਦੀ ਹੈ, ਉਹਨਾਂ ਕੋਲ ਨਹੀਂ ਜਾਣੀ ਚਾਹੀਦੀ ਹੈ। ਹੁਣ ਤੁਸੀਂ ਦੇਖੋ ਇਕਨੋਮਿਕ ਆਰਗੂਮੈਂਟ, ਇਹ ਤਾਂ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਮਨ 'ਚ ਕਿਸਾਨਾਂ ਪ੍ਰਤੀ ਨਫ਼ਰਤ ਹੈ। ਬਿਲਕੁਲ ਹੈ। ਮੈਂ ਦੇਖਣਾ ਟ੍ਰੋਲ ਮੈਨੂੰ ਜਿਹੜਾ ਹਰ ਰੋਜ਼ ਫੇਸ ਕਰਨਾ ਪੈਂਦਾ ਟਵਿੱਟਰ ਤੇ, ਬੜਾ ਸਾਫ਼ ਹੈ ਕਿ ਐਜੂਕੇਟਿਡ ਲੋਕੀ ਮੈਨੂੰ ਇਹ ਲਿਖ ਰਹੇ ਹੈਗੇ, ਪੁਟਿੰਗ ਦੈਟ ਅਸਾਈਡ, ਨਹੀਂ ਯੂ ਕਾਂਟ ਪੁੱਟ ਇਟ ਅਸਾਈਡ, ਦੇ ਆਰ ਦੀ ਐਜੂਕੇਟਿਡ ਕਲਾਸ ਆਫ ਦੀ ਕੰਟਰੀ ਜਿਹੜਾ ਟਵਿੱਟਰ ਤੇ ਰਿਸਪੌਂਡ ਕਰ ਰਿਹਾ ਹੈਗਾ। ਮੈਂ ਇੱਕ ਸੁਖਪਾਲ ਸਿੰਘ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਇਕਨੋਮਿਸਟ ਹੈ, ਉਹਨਾਂ ਦੀ ਇੱਕ ਡਾਟਾ ਪੜ੍ਹ ਰਿਹਾ ਸੀਗਾ, ਸਟੇਟਮੈਂਟ ਪੜ੍ਹ ਰਿਹਾ ਸੀਗਾ ਕੱਲ ਪਰਸੋਂ, ਜਿਹੜਾ ਮੈਂ ਟਵੀਟ ਕੀਤਾ ਉਹ ਹਜ਼ਾਰਾਂ ਵਿੱਚ ਚਲਾ ਗਿਆ। ਉਹਨੇ ਕਿਹਾ ਹੈਗਾ ਕਿ ਪੰਜਾਬ ਵਿੱਚ ਟੋਟਲ 1 ਲੱਖ ਕਰੋੜ ਰੁਪਏ ਦਾ ਕਰਜ਼ਾ ਹੈਗਾ ਇਸ ਟਾਈਮ, ਔਰ ਉਹਨਾਂ ਦਾ ਕਹਿਣਾ ਹੈਗਾ ਕਿ ਬਈ ਇੱਕ ਹਾਊਸ ਹੋਲਡ ਜਿਹੜਾ ਹੈਗਾ, ਫਾਰਮਿੰਗ ਹਾਊਸ ਹੋਲਡ, ਉਹ 10 ਲੱਖ ਦੇ ਕਰਜ਼ੇ ਥੱਲੇ ਹੈਗਾ ਹਰ ਸਾਲ, ਜਿਹਦੇ ਵਿੱਚ ਉਹਦਾ ਹਾਊਸ ਹੋਲਡ ਦੀ ਜਿਹੜੀ ਇਨਕਮ ਹੈਗੀ ਹੈ 6 ਲੱਖ ਹੈਗੀ ਹੈ। ਸੋ ਹੀ ਸੇਇੰਗ ਕਿ ਐਕਚੁਅਲੀ ਇਹ ਡੈਟ ਐਂਡ ਡੈਥ ਦਾ ਸਾਈਕਲ ਚੱਲ ਰਿਹਾ ਹੈਗਾ, ਪੰਜਾਬ ਟ੍ਰੈਪ ਹੈ ਨਾ। ਇੱਕ ਤਰਫ ਤਾਂ ਇਹ ਕਿਹਾ ਜਾਂਦਾ, ਦੂਜੀ ਤਰਫ ਇੱਕ ਮੈਂ ਇਕਨੋਮਿਸਟ ਪੜ੍ਹਦਾ, ਉਹ ਕਹਿੰਦਾ ਜੀ ਕਿ ਪੰਜਾਬ ਦੇ ਰਿਚ ਫਾਰਮਰਸ ਜਿਹੜੇ ਹੈਗੇ ਉਹ ਇਸ ਮੂਵਮੈਂਟ ਨੂੰ ਡਰਾਈਵ ਕਰ ਰਹੇ ਆ। ਤੁਸੀਂ ਇੱਕ ਪਹਿਲੇ ਰਿਪੋਰਟ ਦੀ ਗੱਲ ਕੀਤੀ ਸੀ ਕਿ ਫੈਕਟੋਇਡਸ ਵਰਸਸ ਫੈਕਟਸ ਦੀ ਜਿਹੜੀ ਇਕਨੋਮਿਸਟ ਦੀ ਰਿਪੋਰਟ ਦੀ ਕੀਤੀ, ਉਹਦੇ ਵਿੱਚ ਲਿਖਿਆ ਹੋਇਆ ਕਿ 70% ਜਿਹੜੇ ਪੰਜਾਬ ਦੇ ਪ੍ਰੋਕਿਉਰਮੈਂਟ ਹੈਗੀ ਹੈ, ਇਟ ਇਜ਼ ਫਰਮ ਸਮਾਲ ਫਾਰਮਰਸ। ਉਹ ਕਹਿੰਦੇ ਜਿਹੜਾ 70% ਤੁਸੀਂ ਵਿਚਕਾਰ ਛੋਟੇ ਫਾਰਮਰਸ ਦੇ, ਇਹਨਾਂ ਤੋਂ ਜਿਹੜਾ ਅਸੀਂ ਪ੍ਰੋਕਿਉਰ ਕਰਦੇ ਆ ਉਹਦੀ ਟੋਟਲ ਵੈਲਿਊ ਜਾ ਕੇ ਫਿਰ 6% ਨਿਕਲਦੀ ਹੈ। ਸੋ ਵਾਟ, ਬਟ ਦ ਬੈਨੀਫਿਟ ਤਾਂ ਪਹੁੰਚਿਆ ਨਾ ਉਹ 70% ਨੋ, ਦੈਟ ਇਜ਼ ਮੋਰ ਨੰਬਰਸ ਬੈਨੀਫਿਟ ਬਟ ਬਾਈ ਅ ਵੈਰੀ ਸਮਾਲ ਅਮਾਉਂਟ। ਕੋਈ ਗੱਲ ਨਹੀਂ, small number of large farmers benefit by a huge amount. So why
ਵਾਈ ਡੂ ਵੀ ਹੈਵ ਟੂ ਥਿੰਕ ਅਬਾਊਟ ਦੈਟ ਕਿ ਵੀ ਇਹਨੂੰ ਬੈਨੀਫਿਟ ਨਹੀਂ ਪਹੁੰਚਿਆ ਛੋਟੇ ਕਿਸਾਨਾਂ ਨੂੰ? ਥੋੜਾ ਨਾ ਉਹ ਥੋੜਾ ਹੈਗਾ ਬਿਕੋਜ਼ ਦੇ ਹੈਵ ਮੈਂ ਤੁਹਾਨੂੰ ਪਲ ਭਰ ਲਈ ਅਸ਼ੋਕ ਗੁਲਾਟੀ ਲੱਗ ਸਕਦਾ ਸਾਹਮਣੇ ਬੈਠਾ ਹੋਇਆ, ਲੈਂਡ ਹੋਲਡਿੰਗ ਸਾਈਜ਼ ਛੋਟੀ ਹੈ, ਜੇ ਉਹਦੇ ਕੋਲ 50 ਏਕੜ ਜ਼ਮੀਨ ਹੋਵੇ ਤਾਂ ਉਹ ਜ਼ਿਆਦਾ ਕਰਕੇ ਦਿਖਾ ਦੇਗਾ। ਆਈ ਥਿੰਕ ਦ ਕੁਐਸਚਨ ਦੈਟ ਵੀ ਨੀਡ ਟੂ ਅੰਡਰਸਟੈਂਡ ਇਜ਼ ਹਾਊ ਟੂ ਬੈਨੀਫਿਟ ਦਿਸ ਸਮਾਲ ਫਾਰਮਰਸ ਇਕਨੋਮਿਕਲੀ। ਔਰ ਮੈਨੂੰ ਲੱਗਦਾ ਕਿ ਇਹ ਸਾਨੂੰ ਦੇਖਣਾ ਸਿਸਟਮ ਸਾਡਾ ਜਿਹੜਾ ਕੰਮ ਕਰੇਗਾ ਬੇਸਿਕਲੀ ਉਹ ਮਿਨੀਮਮ ਸਪੋਰਟ ਪ੍ਰਾਈਸ ਨੂੰ ਅਸੀਂ ਅਗਰ ਇੱਕ ਲੀਗਲ ਬਣਾ ਦਿੰਨੇ ਹੈਗੇ ਆ, ਬੈਂਚਮਾਰਕ ਰੇਜ਼ ਕਰ ਦਿੰਨੇ ਆ, that is the way forward to provide farmers income. then ਹਮੀਦ ਜੀ ਬਿਫੋਰ ਆਈ ਆਸਕ ਦਾ ਰੀਅਲ ਕੁਐਸਚਨ ਹੈ ਨਾ ਵੀ ਉਹ 3 ਬਿੱਲ ਵਾਪਸ ਹੋਣਗੇ ਕਿ ਨਹੀਂ, ਇਹ ਦੱਸੋ ਜਿਹੜਾ ਇਹ ਕਹਿ ਰਹੇ ਨੇ ਤੇ ਇਹ ਸਰਕਾਰ ਦੀ ਮਨਸ਼ਾ ਨਹੀਂ ਲੱਗ ਰਹੀ ਕਿ MSP ਨੂੰ ਲੀਗਲ ਕਰ ਦਿੱਤਾ ਜਾਵੇ? ਇਹਦੇ 'ਚ ਕਾਫੀ ਮਸਲੇ ਕੀ ਕੋਈ ਵਿਚਕਾਰਲਾ ਰਸਤਾ ਇੱਦਾਂ ਦਾ ਵੀ ਹੁੰਦਾ ਹੈ? ਮਤਲਬ ਆਈ ਐਮ ਜਸਟ ਥਰੋਇੰਗ ਐਨ ਆਈਡੀਆ ਕਿ ਸਿਰਫ ਪੈਡੀ ਤੇ ਵੀਟ ਦੀ MSP ਨੂੰ ਲੀਗਲ ਕਵਰ ਇੱਥੇ ਦੇ ਦਿੱਤਾ ਜਾਵੇ, ਜਿੱਥੇ ਕਿਤੇ ਸ਼ੂਗਰ ਕੇਨ ਦੀ ਆ ਉੱਥੇ ਉਹਨੂੰ ਦੇ ਦਿੱਤਾ ਜਾਵੇ। ਇਸ ਤਰੀਕੇ ਨਾਲ ਪਿਕ ਐਂਡ ਚੂਜ਼ ਸਿਸਟਮ ਵੀ ਹੋ ਸਕਦਾ ਹੈ। ਕੈਨ ਦਿਸ ਵਰਕ ਆਊਟ? ਕੈਨ ਦਿਸ ਵੀ ਥਾਟ ਅਬਾਊਟ? ਕੀ ਇਹਦੇ ਬਾਰੇ ਸੋਚ ਵਿਚਾਰ ਹੋ ਸਕਦੀ ਹੈ? ਮੈਨੂੰ ਲੱਗਦਾ ਇਹ ਨਹੀਂ ਹੋ ਸਕਦਾ। ਲੀਗਲਾਈਜ਼ ਤਾਂ ਕਰਨਾ ਪਏਗਾ ਓਵਰਆਲ, ਫਿਰ ਉਸ ਤੋਂ ਬਾਅਦ ਤੁਸੀਂ ਯੋਜਨਾਬੰਦੀ ਕਰ ਸਕਦੇ ਹੋ ਕਿ ਜਿਹੜੀ ਧਰਤੀ ਜਿਹੜੀ ਫਸਲਾਂ ਨੂੰ ਜ਼ਿਆਦਾ ਬੈਟਰ ਪ੍ਰੋਡਿਊਸ ਕਰ ਸਕਦੀ ਹੈ, ਜ਼ਿਆਦਾ ਕਾਸਟ ਆਫ ਪ੍ਰੋਡਕਸ਼ਨ ਘਟ ਸਕਦੀ ਹੈ, ਉਹ ਸੈਗਮੈਂਟਾਈਜ਼ ਹੋ ਸਕਦੀ ਹੈ। ਅੱਗੇ ਉਹਨੂੰ ਜਦੋਂ ਰੂਲਸ ਬਣਦੇ ਨੇ ਜਾਂ ਬਾਕੀ ਦੀਆਂ ਚੀਜ਼ਾਂ ਬਣਦੀਆਂ ਨੇ, ਈਵਨ ਹਰ ਸਟੇਟ ਵੀ ਆਪਣਾ ਕਰਦੀ ਹੈ ਔਰ ਕਰਨਾ ਚਾਹੀਦਾ ਹੈ। ਹਰ ਸਟੇਟ ਆ ਵੀ ਕੰਢੀ ਦੀ ਬੈਲਟ 'ਚ ਕੀ ਜ਼ਿਆਦਾ ਬੈਟਰ ਹੋ ਸਕਦਾ, ਆਪਾਂ ਉੱਥੋਂ ਪ੍ਰੋਕਿਉਰ ਕਰ ਲਾਂਗੇ, ਦੂਜੀ ਜਗ੍ਹਾ ਤੀਜੇ ਜਗ੍ਹਾ ਕਾਟਨ, ਚੌਥੀ ਜਗ੍ਹਾ। ਪਰ ਲਾ ਦੇ ਐਂਗਲ 'ਚੋਂ ਤੁਸੀਂ ਇਹ ਨਹੀਂ ਕਰ ਸਕਦੇ ਕਿਸੇ ਵੀ ਤਰੀਕੇ ਦੇ ਨਾਲ। ਹਾਂ, ਜਾਂ ਲਾ ਦੇ ਐਂਗਲ ਤੋਂ ਫੇਰ ਕਰ ਸਕੋਗੇ, ਉਹਨੂੰ ਫੈਡਰਲ ਐਡਾ ਬਣਾ ਦਿਓ, ਸਟੇਟਾਂ ਨੂੰ ਰਾਈਟ ਹੀ ਉਹਨੇ ਦੇ ਦਿਓ, ਆਪਣੇ ਆਪਣੇ ਤਰੀਕੇ ਨਾਲ ਕਰਨਗੀਆਂ। ਤੁਹਾਡਾ ਝੰਜਟ ਮੁੱਕ ਜਾਊਗਾ ਗਵਰਨਮੈਂਟ ਆਫ ਇੰਡੀਆ ਦਾ। ਸਾਰਾ MSP ਤੇ ਪ੍ਰੋਕਿਊਰਮੈਂਟ ਸਿਸਟਮ, ਕਿਉਂਕਿ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਸਰਕਾਰ ਇਹ ਸੰਵਿਧਾਨਕ ਤੌਰ ਤੇ ਕਰ ਨਹੀਂ ਸੀ ਸਕਦੀ ਪਾਸ, ਤੇ ਇਹਨਾਂ ਨੇ ਕੀਤੇ ਨੇ। ਮੈਂ ਸਟੇਟਸ ਨੂੰ ਇਹਦੇ ਲਈ ਲੜਦਿਆਂ ਨਹੀਂ ਦੇਖਦਾ। ਮਤਲਬ ਅਮਰਿੰਦਰ ਸਿੰਘ ਜੀ ਦਾ ਇੱਕ ਬਿਆਨ ਤਾਂ ਹੈਗਾ ਕਿ ਮੈਂ ਉੱਥੇ ਕੁਝ ਨਹੀਂ ਕਰ ਰਿਹਾ ਜੀ, ਮੇਰੇ ਉੱਥੇ ਇੰਟੈਲੀਜੈਂਸ ਦੇ ਬੰਦੇ ਨਹੀਂ ਹੈਗੇ ਜੀ, ਨਾਲੇ ਸਾਡਾ ਐਜੀਟੇਸ਼ਨ ਨਾਲ ਸੰਬੰਧ ਨਹੀਂ ਹੈ। ਜੋ ਪੰਜਾਬ ਦੇ ਕਿਸਾਨ ਨੇ ਐਜੀਟੇਸ਼ਨ ਕਰ ਰਹੇ ਨੇ, ਉਹਨਾਂ ਦੇ ਆਪਣੇ ਹੱਕ ਨੇ। ਬਟ ਆਈ ਡੋਂਟ ਸੀ ਅਮਰਿੰਦਰ ਸਿੰਘ ਔਰ ਐਨੀ ਸਟੇਟ ਗਵਰਨਮੈਂਟ ਐਜੀਟੇਟਿੰਗ ਕਿ ਅਸੀਂ ਦੀ ਜਾ ਕੇ ਘੋਲ ਵਿੱਚ ਸ਼ਾਮਲ ਹੋਵਾਂਗੇ। ਸਾਡਾ ਇੱਕ ਆਪਣਾ ਘੋਲ ਹੈ, ਫੈਡਰਲ ਮੁੱਦੇ ਨੇ ਤੇ ਫੈਡਰਲੀ ਇਹ ਮੇਰੀ ਡੋਮੇਨ ਦਾ ਇਸ਼ੂ ਸੀਗਾ। ਸੈਂਟਰ ਹੁੰਦਾ ਹੀ ਕੌਣ ਹੈ ਪ੍ਰੋਕਿਉਰ ਕਰਨ ਵਾਲਾ? ਇਹ ਸਾਰਾ ਇਹ ਪੈਸਾ ਵੀ ਸਾਨੂੰ ਦਿਓ, ਪ੍ਰੋਕਿਉਰਮੈਂਟ ਵੀ ਅਸੀਂ ਕਰਾਂਗੇ, ਇੱਥੇ ਆਪਣੇ ਕਿਸਾਨ ਨਾਲ ਡੀਲ ਵੀ ਅਸੀਂ ਕਰਾਂਗੇ, ਮੰਡੀਆਂ ਸਾਡੀ ਨਿਗਰਾਨੀ ਥੱਲੇ ਚੱਲਣਗੀਆਂ। ਜਦੋਂ ਦਾ ਕਾਰਪੋਰੇਟ ਪੈਸਾ ਇਲੈਕਸ਼ਨ ਚੌੜਾ ਸ਼ੁਰੂ ਹੋਇਆ, ਉਦੋਂ ਦੇ ਸਾਰੇ ਸਟੇਟ ਦੇ ਦਾਅਵੇਦਾਰ ਜਿਹੜੀਆਂ ਰੀਜਨਲ ਗਰੁੱਪ ਵੀ ਸੀ, ਉਹ ਵੀ ਮਰਜ ਹੋ ਗਏ ਨੇ ਉਸ ਮਾਈਂਡਸੈਟ ਦੇ ਵਿੱਚ। ਸਾਰੇ ਕਾਰਪੋਰੇਟ ਮਾਡਲ ਨੂੰ ਫੋਲੋ ਕਰ ਰਹੇ ਨੇ। ਇਸ ਲਈ ਉਹਦੇ ਚੋਂ ਨਿਕਲਣਾ ਉਹਨਾਂ ਲਈ ਬਸ ਇਸੇ ਕਰਕੇ ਹੈ ਤਾਂ ਇਹ ਪੋਲੀਟੀਕਲ ਲੜਾਈ ਬਣਦੀ ਸੀ ਵੈਸੇ ਤਾਂ। ਪੋਲੀਟੀਕਲ ਧਿਰਾਂ ਕਿੱਥੇ ਨੇ? ਬਿਲਕੁਲ ਕਿੱਥੇ ਨੇ? ਔਰ ਜਿਹੜੀਆਂ ਧਿਰਾਂ ਕਦੇ ਅਨੰਦਪੁਰ ਦੇ ਮੱਤੇ ਤੇ ਵੀ ਲੜੀਆਂ, ਉਸ ਤੋਂ ਬਾਅਦ ਪੰਜਾਬ ਚ ਇੰਨਾ ਉਹ ਹੋਇਆ, ਕਦੇ ਬੰਗਾਲ ਦੇ ਵਿੱਚ ਰੌਲਾ, ਕਦੇ ਬਾਕੀ ਜਗ੍ਹਾ ਪੈਂਦਾ ਕਿ ਫੈਡਰਲਿਜ਼ਮ ਦਾ, ਉਹ ਛੱਡ ਗਈਆਂ ਨਾ। ਉਹ ਸਰੈਂਡਰ, ਉਹ ਆਪੋ ਆਪਣੀ ਸੱਤਾ 'ਚ ਹਿੱਸੇਦਾਰੀ ਤੇ ਵਪਾਰ 'ਚ ਹਿੱਸੇਦਾਰੀ ਵੱਲ ਚਲੀਆਂ ਗਈਆਂ ਨੇ। ਇਸੇ ਕਰਕੇ ਅਮਰਿੰਦਰ ਸਿੰਘ ਹੋਣੀ ਕਹਿੰਦੇ ਨੇ, ਚਲੋ ਅਮਰਿੰਦਰ ਸਿੰਘ ਹੋਣੀ ਤਾਂ ਇੱਥੋਂ ਤੱਕ ਸੋਚਦੇ ਨੇ ਨਾ ਵੀ ਕੇਂਦਰ ਦੇ ਗਲ ਪੈ ਗਿਆ, ਅਗਲੀ ਇਲੈਕਸ਼ਨ ਕਿਵੇਂ ਜਿੱਤਣੀ ਹੈ। ਉਹ ਪਾਰਟੀਆਂ ਤਾਂ ਕੇਵਲ ਇਲੈਕਸ਼ਨ ਜਿੱਤਣ ਤੱਕ। ਬਾਕੀ ਸਟੇਟਾਂ ਵੀ ਨੇ, ਮਤਲਬ ਸਟੇਟਸ ਇਹਦੇ ਲਈ ਨਹੀਂ ਲੜ ਰਹੀਆਂ। ਸਟੇਟਾਂ ਦੀ ਲੜਾਈ ਕਿਤੇ, ਇਹ ਫਾਰਮਰਸ ਦੀ ਲੜਾਈ ਹੈ। ਸਟੇਟਾਂ ਦੀ ਲੜਾਈ ਅੱਜ ਨਹੀਂ। ਸਟੇਟਾਂ ਨੋਟਬੰਦੀ ਤੋਂ ਲੈ ਕੇ GST ਦਾ ਜਦੋਂ ਤੁਹਾਡਾ ਟੈਕਸ ਲਾਉਣ ਦਾ ਰਾਈਟ ਵੀ ਸਰੈਂਡਰ ਹੋ ਗਿਆ, ਉਦੋਂ ਕਿੱਥੇ ਲੜੀਆਂ ਨੇ। ਉਹ CAA ਤੋਂ ਲੈ ਕੇ ਜਿੰਨੇ ਵੀ NIA ਤੋਂ ਲੈ ਕੇ UAPA ਤੋਂ ਲੈ ਕੇ, ਜਿਹੜਾ ਤੁਹਾਡਾ ਸਭ ਤੋਂ ਜ਼ਿਆਦਾ ਤੇ ਮੈਨੂੰ NIA ਤੰਗ ਕਰਦਾ ਵੀ ਘੱਟੋ ਘੱਟ ਥਾਣੇਦਾਰ ਤਾਂ ਸੁਣੇ ਨਾ ਅਮਰਿੰਦਰ ਸਿੰਘ ਜੀ ਦੇ ਹੁੰਦੇ, ਥਾਣੇਦਾਰ ਕਹਿ ਸਕਦਾ ਵੀ NIA ਨੇ ਕਿਹਾ ਜੀ। ਕਿਸਾਨਾਂ ਦਾ ਐਡਾ ਵੱਡਾ ਰਿਵੋਲਟ ਦਾ ਆਉਣ ਦਾ ਰੀਜਨ ਵੀ ਇਹੀ ਹੈ ਨਾ ਕਿ ਕੋਈ ਧਿਰ ਉਹਦੇ ਲਈ ਖੜੀ ਹੋ ਨਹੀਂ ਹੋਈ ਕਿਸੇ ਵੀ ਰੂਪ ਦੇ ਵਿੱਚ। ਇਸੇ ਕਰਕੇ ਹੁਣ ਸਿਆਸੀ ਪਾਰਟੀਆਂ ਦਾ ਝੰਡਾ ਕਿਤੇ ਦਿਖਾਈ ਦਿੰਦਾ ਕੋਠਿਆਂ ਤੇ ਲੋਕਾਂ ਦੇ, ਕਦੇ ਜੀਪਾਂ ਕਾਰਾਂ ਤੇ ਦਿਖਾਈ ਦਿੰਦਾ ਤੇ ਫਾਰਮਰ ਦਾ ਝੰਡਾ ਦਿਖਾਈ ਦਿੰਦਾ। ਪਰ ਜਿਹੜਾ ਉਹ ਇਨਕਮ ਵਾਲਾ ਸਵਾਲ ਹੈ, ਮੈਨੂੰ ਇਹ ਲੱਗਦਾ ਕਿ ਇੱਕ ਤਾਂ ਫਾਰਮਰ ਦੀ ਇਨਕਮ ਦਾ ਸਵਾਲ ਹੈ, ਇਹਦੇ ਨਾਲ ਦੂਜਾ ਪਹਿਲੂ ਬਹੁਤ ਬੜਾ ਜੁੜਿਆ ਹੋਇਆ। ਕਿੰਨੇ ਹੀ ਫਾਰਮਰ ਪਿਛਲੇ 20-25 ਸਾਲਾਂ 'ਚ ਬੇਜ਼ਮੀਨੇ ਹੋ ਚੁੱਕੇ ਨੇ। ਹਾਂ, 2 ਲੱਖ ਫਾਰਮਰ ਤਾਂ ਇਕੱਲਾ ਪੰਜਾਬ ਦਾ ਹੋ ਚੁੱਕਿਆ, ਦੇਸ਼ ਦੇ ਕਿੰਨੇ ਹੋ ਚੁੱਕੇ। ਬੇਸਿਕਲੀ ਉਹਨਾਂ ਇੱਥੇ ਫਾਰਮਰ ਤੋਂ ਮਜ਼ਦੂਰੀ ਵਿੱਚ ਕਨਵਰਟ ਹੋ ਗਏ। ਤੇ ਫਿਰ ਕਿੰਨੇ ਦਲਿਤ ਸੈਕਸ਼ਨ ਹੈ ਜਿਹੜਾ ਖੇਤ ਮਜ਼ਦੂਰਾਂ ਦਾ ਹੈ, ਖੇਤੀ ਨਾਲ ਖੜਾ ਹੈ ਸਾਰਾ। ਅਸਲ 'ਚ ਉਹ ਸਾਰਾ ਸਵਾਲ ਜਿਹੜਾ ਹੈ ਉਹ ਮਿਨੀਮਮ ਇਨਕਮ ਦੀ ਗਰੰਟੀ ਨਾਲ ਜੁੜਿਆ ਹੋਇਆ। ਤਾਂ ਉਹਦੇ ਵਾਸਤੇ ਇੱਕ ਬਹੁਤ ਵੱਡਾ ਕੁਐਸਚਨ ਹੈ ਕਿ ਜੇ ਮੇਰੇ ਕੋਲ ਪੂਰੇ ਕੰਟਰੀ ਦੇ ਵਿੱਚੋਂ ਚੋਇਸ ਹੁੰਦੀ ਕਿ ਮੈਂ ਕਿਸੇ ਨੂੰ ਬੁਲਾ ਸਕਦਾ ਡਿਬੇਟ ਤੇ, ਜੇ ਇੰਨੇ ਰਿਸੋਰਸਿਸ ਹੁੰਦੇ ਤੇ ਵਾਰੀ ਤਾਂ ਵੀ ਤੁਹਾਡੀ ਆਣੀ ਸੀ। ਯੂ ਆਰ ਦਾ ਫਸਟ ਪਰਸਨ। ਇਹਨਾਂ ਦੇ ਮੂੰਹੋਂ ਅਸੀਂ ਸੁਣਦੇ ਸੀ ਮਿਨੀਮਮ ਇਨਕਮ ਦੀ, ਗਰੰਟੀ ਦੀ ਗੱਲਾਂ, ਤੁਹਾਡੇ ਅਸੀਂ ਆਰਟੀਕਲ ਪੜ੍ਹਦੇ ਹੁੰਦੇ ਸੀਗੇ। ਅੱਜ ਵੀ ਜਿਸ ਵੇਲੇ MSP ਦਾ ਤੇ ਕਾਨੂੰਨ ਵਾਪਸ ਕਰਾਉਣ ਦਾ ਇੰਨਾ ਵੱਡਾ ਐਜੀਟੇਸ਼ਨ ਚੱਲ ਰਿਹਾ, ਅਜੇ ਵੀ ਮਿਨੀਮਮ ਐਸ਼ੋਰਡ ਇਨਕਮ ਦਾ ਡਿਬੇਟ ਉਸ ਤਰੀਕੇ ਨਾਲ ਕੈਚ ਨਹੀਂ ਕਰ ਸਕਿਆ। ਜੇ ਕਿ ਜੇ ਉਹ ਡਿਬੇਟ ਨਾਲ ਜੁੜਦਾ ਤਾਂ ਫਿਰ ਬੇਜ਼ਮੀਨੇ, ਦਲਿਤ, ਮਜ਼ਦੂਰ, ਇਹ ਸਭਨਾਂ ਦੀ ਇੱਕ ਵੱਡੀ ਮੂਵਮੈਂਟ ਬਣਦੀ ਹੈ ਤੇ ਕਿਸਾਨਾਂ ਦੀ ਇੱਕ ਐਸ਼ੋਰਡ ਇਨਕਮ ਬਣਦੀ ਹੈ। ਤੇ ਅਸੀਂ ਘੱਟੋ ਘੱਟ ਜਿਹੜੇ ਖੁਦਕੁਸ਼ੀਆਂ ਦੇ ਰਾਹ ਤੋਂ ਛੁਟਕਾਰਾ ਸਾਨੂੰ ਜਿੰਨਾ ਮਿਨੀਮਮ ਇਨਕਮ ਦਿਵਾਉਂਦੀ ਹੈ, ਉਹ ਡਾਇਰੈਕਟ ਇੰਪੈਕਟ ਹੋਏਗਾ। ਜਿਹੜਾ ਬੈਟਰ MSP ਹੈ ਉਹ ਪਰਕੋਲੇਟਿਡ ਇੰਪੈਕਟ ਹੋਏਗਾ, ਉਹਦਾ ਵਿੱਚੋਂ ਟ੍ਰਿਕਲ ਡਾਊਨ ਕਰਕੇ ਆਏਗਾ।
ਇਹ ਮਿਨੀਮਮ ਇਨਕਮ ਦਾ ਡਿਬੇਟ ਇਸੇ ਰੂਪ ਦੇ ਵਿੱਚ ਸਿੰਘੂ ਬਾਰਡਰ ਤੇ ਇਦਾਂ ਕਿਉਂ ਨਹੀਂ ਛਾ ਰਿਹਾ? ਇਹ ਬਹੁਤ ਮਹੱਤਵਪੂਰਨ ਗੱਲ ਹੈ। ਮੈਂ ਜਾਣਦਾ ਕਿ ਬਹੁਤ ਸਾਰੇ ਕਿਸਾਨ ਨੇਤਾ ਜਿਹੜੇ ਇਸ ਮੂਵਮੈਂਟ ਵਿੱਚ ਨਹੀਂ ਇਸ ਟਾਈਮ 40-45 ਜਿਹੜੇ ਆਪਣੇ ਹੈਗੇ ਆ ਉਹਨਾਂ ਵਿੱਚ ਨਹੀਂ ਇਨਵੋਲਡ ਹੈਗੇ, ਉਹ ਬਹੁਤ ਇਸ ਗੱਲ ਤੋਂ ਚਿੰਤਿਤ ਹੈਗੇ, ਡਿਸਕਸ ਕਰ ਰਹੇ ਹੈਗੇ ਆ ਕਿ ਵੀ ਆਪਾਂ ਇਹ ਪੁਆਇੰਟ ਇੱਕ ਜ਼ਰੂਰ ਵਿੱਚ ਪੂਰੀ ਡਿਬੇਟ ਵਿੱਚ ਜਾਂ ਜਿਹੜੀ ਇੱਕ ਨੈਰੇਟਿਵ ਵਿੱਚ ਲੈ ਕੇ ਆਉਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਪਹਿਲੇ ਕਹਿ ਰਹੇ ਸੀਗੇ ਕਿ ਦੇਖੋ ਅਗਰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਨੂੰ ਵੀ ਅਸੀਂ ਅਗਰ ਲੀਗਲ ਕਰ ਦਿੰਦੇ ਆ, ਫਿਰ ਵੀ ਇੱਕ ਬਹੁਤ ਬੜਾ ਤਬਕਾ ਕਿਸਾਨਾਂ ਦਾ ਹੋਏਗਾ ਜਿਹੜਾ ਉਹ ਤੋਂ ਬਾਹਰ ਰਹੇਗਾ, ਜਿਨ੍ਹਾਂ ਕੋਲ ਮਿਨੀਮਮ ਸਪੋਰਟ ਪ੍ਰਾਈਸ ਲੈਣ ਦਾ ਕੋਈ ਤਰੀਕਾ ਨਹੀਂ ਹੈ। ਵੀ ਕਾਂਟ ਇਮੇਜਿਨ ਸਰਪਲਸ ਨਹੀਂ ਹੈ, ਵੀ ਕਾਂਟ ਇਮੇਜਿਨ ਕਿ ਟ੍ਰਿਕਲ ਡਾਊਨ ਉੱਥੇ ਹੋਏਗਾ। ਉਹ ਉਸ ਤਬਕੇ ਨੂੰ ਔਰ ਇਹਨਾਂ ਦਾ ਸ਼ਾਰਟਫਾਲ ਵੀ ਕਵਰ ਕਰਨ ਵਾਸਤੇ ਵੀ ਨੀਡ ਕੋਈ ਡਾਇਰੈਕਟ ਇਨਕਮ ਸਪੋਰਟ ਦਾ ਜਾਂ ਅਸ਼ੋਰਡ ਇਨਕਮ ਦਾ ਗਾਰੰਟੀ ਹੋਣੀ ਹੈ। ਹੁਣ ਇਹ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਮੈਂ ਮਤਲਬ ਇਹ ਤੁਸੀਂ ਸੋਚੋ ਕਿ ਵੀ ਇਹ ਹੋ ਨਹੀਂ ਸਕਦਾ ਕਿਉਂਕਿ ਮਾਰਕੀਟ ਇਕਨੋਮੀ ਹੈ। ਕਿਉਂ ਮਾਰਕੀਟ ਇਕਨੋਮੀ ਆਪਾਂ ਗੱਲ ਕਰਦੇ ਹਾਂ, ਲੈਟ ਅਸ ਲੁੱਕ ਐਟ ਯੂਰਪ ਵਿੱਚ ਵੀ ਛੋਟੇ ਕਿਸਾਨ ਹੈਗੇ ਜਿਹੜੇ ਖੇਤੀ ਚੋਂ ਬਾਹਰ ਨਿਕਲਦੇ ਹੈਗੇ। ਬੜੇ ਐਡਵਾਂਸ ਕੰਟਰੀਜ਼ ਕਰ ਰਹੇ ਨੇ ਐਕਸਪੈਰੀਮੈਂਟ। ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਹੈਗਾ ਕਿ $100 ਬਿਲੀਅਨ ਦੀ ਸਬਸਿਡੀ ਦਿੰਦਾ ਹੈ ਯੂਰਪ ਹਰ ਸਾਲ, ਔਰ $100 ਬਿਲੀਅਨ ਚੋਂ 50% ਜਿਹੜਾ ਹੈਗਾ ਉਹ ਡਾਇਰੈਕਟ ਇਨਕਮ ਸਪੋਰਟ ਜਾ ਰਿਹਾ ਹੈਗਾ। ਤਾਂ ਕਹਿਣ ਦਾ ਮਤਲਬ ਹੈਗਾ ਕਿ ਇਹ ਸਭ ਜਗ੍ਹਾ ਹੋ ਰਿਹਾ ਹੈਗਾ। ਅਸੀਂ ਲੋਕ ਨਹੀਂ ਦੇਖਣਾ ਚਾਹੁੰਦੇ, ਨਹੀਂ ਸਾਡੀ ਡਿਬੇਟ ਵਿੱਚ ਹੈਗਾ, ਪਰ ਉਹ ਨੈਰੇਟਿਵ ਵਿੱਚ ਆਉਣ ਦੀ ਜ਼ਰੂਰਤ ਹੈ। ਐਂਡ ਆਈ ਕੰਪਲੀਟਲੀ ਐਗਰੀ ਵਿਦ ਯੂ। ਮੈਨੂੰ ਤਾਂ ਇਹਦੇ ਤੇ ਬੜੀ ਹੈਰਾਨੀ ਹੁੰਦੀ, ਮੈਂ ਅਜੇ ਕਿ ਮੇਰੇ ਕੋਲ ਸਮਾਂ ਬਿਲਕੁਲ ਖਤਮ ਹੈ, ਕਿ ਜਿਹੜੇ NSS ਡਾਟੇ ਦੇ ਬੇਸ ਦੇ ਉੱਤੇ ਇਹ ਸਾਰਾ ਡਿਬੇਟ ਤੇ ਸਾਰੀ ਐਜੀਟੇਸ਼ਨ ਦੇ ਸਾਰੇ ਜਵਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ, ਉਹ 2012-13 ਦਾ ਹੈ। ਤੇ ਇਸ ਤੋਂ ਬਾਅਦ ਦੇ ਇਹ ਸਾਰੇ ਡਾਟਾ ਗੈਪ ਦੇ ਵਿੱਚ ਜੇ ਜਿਸ ਵੇਲੇ ਸਾਡੇ ਕੋਲ ਡਾਟਾ ਨਾ ਹੋਵੇ ਤਾਂ ਅਸੀਂ ਹਨੇਰੇ ਵਿੱਚ ਗੱਲ ਕਰ ਰਹੇ ਹੁੰਦੇ ਹਾਂ। ਤਾਂ ਤੁਹਾਡੀਆਂ ਜ਼ਿੰਦਗੀਆਂ ਬਾਰੇ ਇਹ ਜਿੰਨੀ ਗੱਲਬਾਤ ਹੈ ਇਹ ਹਨੇਰੇ ਵਿੱਚ ਹੋ ਰਹੀ ਹੈ, ਉਹਦੇ ਕਿੰਨੇ ਵੀ ਗੇੜ ਹੋਣ। ਤੁਸੀਂ ਕਦੀ ਸਰਕਾਰ ਨੂੰ ਤੁਹਾਡੀ ਕਿੰਨੀ ਕੁ ਚਿੰਤਾ ਹੈ? ਪੋਸ਼ਣ ਅਭਿਆਨ ਬਾਰੇ ਤੁਸੀਂ ਸੁਣਿਆ ਕਦੀ? ਪੋਸ਼ਣ ਅਭਿਆਨ ਟੀਵੀ ਤੇ ਕਿੰਨੇ ਕੁ ਤੁਸੀਂ ਇਹਦੇ ਬਾਰੇ ਡਿਬੇਟ ਦੇਖੇ ਨੇ? ਸਾਡੇ ਸਾਰੇ ਦੇਸ਼ ਦੇ ਵਿੱਚ ਤੁਹਾਡੀ ਸਿਹਤ ਕਿੱਦਾਂ ਦੀ ਹੈ, ਸਾਡੇ ਬੱਚਿਆਂ ਦੀ, ਉਹਨਾਂ ਦੀਆਂ ਮਾਵਾਂ ਦੀ ਸਿਹਤ ਕਿੱਦਾਂ ਦੀ ਹੈ, ਇਹਦੇ ਬਾਰੇ ਇੱਕ ਸਰਵੇ ਹੁੰਦਾ ਜਿਹਨੂੰ ਅਸੀਂ ਨੈਸ਼ਨਲ ਫੈਮਿਲੀ ਹੈਲਥ ਸਰਵੇ ਕਹਿੰਦੇ ਹਾਂ, NFHS। ਇਹ 1998-99 ਵਿੱਚ ਹੋਇਆ, ਫਿਰ ਜਾ ਕੇ 2005-6 ਵਿੱਚ ਹੋਇਆ। ਡਾਟਾ ਇੰਨਾ ਖਰਾਬ ਆਇਆ, ਪਤਾ ਲੱਗਾ ਲੋਕਾਂ ਦੀ ਸਿਹਤ ਬਹੁਤ ਖਰਾਬ ਹੈ। ਅਸੀਂ ਫੈਸਲਾ ਕੀਤਾ ਬੜਾ ਸਟਰੋਂਗ, ਇਹ ਸਰਵੇ ਨਹੀਂ ਕਰਾਉਣਾ। ਫਿਰ ਅਸੀਂ ਇਹ ਸਰਵੇ ਨਹੀਂ ਕਰਾਇਆ। 15-16 ਦੇ ਵਿੱਚ ਫਾਈਨਲੀ ਸਰਵੇ ਕਰਾਇਆ ਗਿਆ। ਉਹਦੇ ਲੇਟੈਸਟ ਜਿਹੜੇ ਰਿਜ਼ਲਟਸ ਨੇ ਉਹ ਹੁਣ ਆਏ ਨੇ, ਤੇ ਉਹਦੇ ਵਿੱਚ ਪਾਇਆ ਗਿਆ ਕਿ ਸਾਡੇ ਬੱਚਿਆਂ ਦੀ, ਉਹਨਾਂ ਦੀਆਂ ਮਾਵਾਂ ਦੀ, ਉਹ ਸਾਰੇ ਜਿਹੜੇ ਸਿੰਘੂ ਬਾਰਡਰ ਤੇ ਬੈਠੇ ਨੇ ਉਹ ਵਿੱਚੇ ਨੇ, ਉਹਨਾਂ ਦੀ ਸਿਹਤ ਪਹਿਲਾਂ ਤੋਂ ਹੋਰ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ। ਦੇਸ਼ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ, ਭਾਰਤ ਮਹਾਨ ਹੋ ਰਿਹਾ, ਸਾਡੀਆਂ ਸਿਹਤਾਂ ਖਰਾਬ ਹੋ ਰਹੀਆਂ ਨੇ। ਤੇ ਇੱਕ ਸਕੀਮ ਹੈ ਜਿਹਦੇ ਨਾਲ ਸਾਰਾ ਕੁਝ ਜੁੜਿਆ ਹੋਇਆ, ਪ੍ਰਾਈਮ ਮਿਨਿਸਟਰਸ ਓਵਰ ਆਰਕਿੰਗ ਸਕੀਮ ਫॉर ਹੋਲਿਸਟਿਕ ਨਿਊਟ੍ਰੀਸ਼ਨ। ਅੰਗਰੇਜ਼ੀ ਹੀ ਵਿੱਚ ਹੀ ਹੈ, ਉਲਥਾ ਪੰਜਾਬੀ ਦਾ ਮੈਂ ਤਾਂ ਨਹੀਂ ਕਰ ਰਿਹਾ ਕਿ ਜਦੋਂ ਤੁਸੀਂ ਇਹਨੂੰ ਛੋਟਿਆਂ ਕਰੋ, ਪ੍ਰਾਈਮ ਮਿਨਿਸਟਰਸ ਓਵਰ ਆਰਕਿੰਗ ਸਕੀਮ ਫॉर ਹੋਲਿਸਟਿਕ ਨਿਊਟ੍ਰੀਸ਼ਨ, ਤਾਂ ਇਹਦਾ ਨਾਮ ਬਣਦਾ ਪੋਸ਼ਣ ਅਭਿਆਨ। ਇਹ ਪੋਸ਼ਣ ਅਭਿਆਨ ਦੇ ਉੱਤੇ ਦਿਨ ਰਾਤ ਡਿਬੇਟ ਹੋਣੇ ਸੀਗੇ, ਤੁਸੀਂ ਕਿੰਨੇ ਕੁ ਦੇਖੇ ਨੇ ਪਤਾ ਨਹੀਂ। ਦੇयर इज़ अ ਕੰਟੀਨਿਊਇੰਗ ਥੀਏਟਰ, ਲੋਕਾਂ ਦਾ ਇੱਕ ਰੰਗਮੰਚ ਹੈ। ਇੱਕ ਰੰਗਮੰਚ ਅੰਕੜਿਆਂ ਦਾ, ਦਲੀਲਾਂ ਦਾ, ਗੰਭੀਰ ਵਿਚਾਰ ਚਰਚਾਵਾਂ ਦਾ ਵੀ ਨਾਲ ਹਮੇਸ਼ਾ ਲੱਗਿਆ ਰਹਿਣਾ ਚਾਹੀਦਾ। ਇਸੇ ਲਈ ਇੰਨਾ ਕੁ ਸਮਾਂ ਕੱਢ ਕੇ ਤੁਹਾਡੇ ਨਾਲ ਜੁੜੀਦਾ, ਤੇ ਇੰਨਾ ਕੁ ਸਮਾਂ ਤੁਸੀਂ ਕੱਢ ਦਿਓ ਆਪਣੇ ਮਿੱਤਰਾਂ ਪਿਆਰਿਆਂ ਤੋਂ ਸਾਡੇ ਨਾਲ ਜੁੜਨ ਲਈ। ਬਹੁਤ ਬਹੁਤ ਧੰਨਵਾਦ।